ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਹਾਜ਼ਰੀਨ ਦਾ ਬੈਠਕ ਦੇ ਵਿੱਚ ਸਵਾਗਤ ਹੈ। ਜੋ ਆਪ ਜੀ ਸਮਾਂ ਕੱਢ ਕੇ ਇੱਥੇ ਗੁਰਬਾਣੀ ਨਾਲ ਸਾਂਝ ਪਾਉਣ ਵਾਸਤੇ ਸ਼ਾਮਲ ਹੁੰਦੇ ਹੋ ਔਰ ਸਤਿਗੁਰ ਵੀ ਬਖਸ਼ਿਸ਼ ਕਰਨ, ਸਾਨੂੰ ਇਸ ਗੁਰਬਾਣੀ ਦੀ ਸੋਝੀ ਬਖਸ਼ਣ, ਸਾਨੂੰ ਵਿਵੇਕ ਬੁੱਧੀ ਬਖਸ਼ਣ, ਤਾਂ ਜੋ ਅਸੀਂ ਇਸ ਬਾਣੀ ਦੇ ਵਿਚਾਰ ਬੜੇ ਗੌਰ ਨਾਲ, ਬੜੇ ਧਿਆਨ ਨਾਲ ਔਰ ਸਹੀ ਤਰੀਕੇ ਦੇ ਨਾਲ ਕਰ ਸਕੀਏ। ਉਹਦਾ ਤਰੀਕਾ ਜਿਹੜਾ ਸਹੀ ਹੈ ਉਹ ਹੈ ਗੁਰਬਾਣੀ ਤੇ ਨਾਲ ਨਾਲ ਅਮਲ। ਜਿਹੜਾ ਅਮਲ ਕਰਦਾ ਜਾਏਗਾ ਉਹਦੇ ਲਈ, ਜਿਸ ਤਰ੍ਹਾਂ ਕਹਿ ਦਿੰਦੇ ਆ ਵੀ ਗੁਰਬਾਣੀ ਬਹੁਤ ਹਾਰਡ ਹੈ, ਬਹੁਤ ਮੁਸ਼ਕਲ ਹੈ ਵਿਚਾਰਨੀ, ਲੇਕਿਨ ਜਿਸ ਕਿਸੇ ਕੋਲ ਨਾਮ ਦੀ ਕੁੰਜੀ ਹੋਏਗੀ ਉਹਦੇ ਲਈ ਫਿਰ ਕੋਈ ਵੀ ਤਾਲਾ ਮੁਸ਼ਕਲ ਨਹੀਂ ਹੈ ਖੋਲਣਾ। ਗੁਰ ਕੁੰਜੀ ਪਾਵ ਨਿਵਲ, ਮਨ ਕੋਠਾ ਤਨ ਛਤ, ਨਾਨਕ ਗੁਰ ਬਿਨ ਮਨ ਕਾ ਤਾਕ ਨ ਉਗੜੈ, ਅਵਰ ਨ ਕੁੰਜੀ ਹੱਥ। ਨਾਮ ਹੀ ਸਭ ਤੋਂ ਵੱਡੀ ਬਾਣੀ ਦੀ ਕੁੰਜੀ ਹੈ ਔਰ ਬਾਕੀ ਜੋ ਗਿਆਨ, ਗੁਣਾਂ ਨਾਲ ਸਾਂਝ, ਅੱਛਾ ਕਰੈਕਟਰ, ਚੰਗੀ ਸੋਚ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸੱਤਵਾਦੀ ਜੀਵਨ, ਨਿੱਕੀਆਂ ਨਿੱਕੀਆਂ ਗੱਲਾਂ ਦਾ ਵੀ ਜੇ ਅਸੀਂ ਧਿਆਨ ਰੱਖਣਾ ਸ਼ੁਰੂ ਕਰਾਂਗੇ, ਗੁਣ ਜਿਹੜੇ ਨੇ ਉਹ ਸਾਡੇ ਅੰਦਰ ਜਮਾ ਹੋਣੇ ਸ਼ੁਰੂ ਹੋ ਜਾਣਗੇ। ਇੱਕ ਵਾਰ ਇੱਕ ਐਸੀ ਪ੍ਰੈਕਟਿਸ ਕਰਨ ਦੀ ਲੋੜ ਹੈ ਬਸ। ਜਦੋਂ ਪ੍ਰੈਕਟਿਸ ਸ਼ੁਰੂ ਹੋ ਗਈ ਫਿਰ ਗੁਰੂ ਪਾਤਸ਼ਾਹ ਆਪ ਸਹਾਈ ਹੁੰਦੇ ਆ। ਅੱਜ ਅਸੀਂ ਕੋਸ਼ਿਸ਼ ਕਰਨੀ ਹੈ, 4 ਪਦੇ ਵਿਚਾਰਾਂਗੇ। 27 ਪਦੇ ਅਸੀਂ ਵਿਚਾਰ ਚੁੱਕੇ ਹਾਂ। ਅੱਜ ਨੰਬਰ 28, 29, 30 ਤੇ 31, ਇਹਨਾਂ ਦੀ ਅਸੀਂ ਅੱਜ ਕੋਸ਼ਿਸ਼ ਕਰਨੀ ਹੈ। ਜਿਹੜੇ ਚਾਰੋਂ ਪਦੇ ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਨਾਹਤ, ਜੁਗ ਜੁਗ ਏਕੋ ਵੇਸ। ਇਹ ਚਾਰੋਂ ਪਦੇ, ਜਿਵੇਂ ਅਸੀਂ ਪਹਿਲਾਂ ਗੱਲ ਕਰਦੇ ਆ ਰਹੇ ਹਾਂ ਕਿ ਇੱਕ ਸਿੱਧ ਹੁੰਦੇ ਆ, ਇੱਕ ਸਾਧਕ ਹੁੰਦੇ ਆ ਔਰ ਇੱਕ ਤੀਜਾ ਮਤ ਸੀ ਜੋਗੀਆਂ ਦਾ ਮਤ। ਇਹ ਚਾਰੋਂ ਪਦੇ ਜਿਹੜੇ ਆ ਇਹ ਜੋਗੀਆਂ ਦੀ ਬੋਲੀ ਦੇ ਨਾਲ ਰਿਲੇਟਡ ਹੈ। ਜਿਹੜੇ ਉਹ ਜੋਗੀ ਲਫ਼ਜ਼ ਇਸਤੇਮਾਲ ਕਰਦੇ ਸੀ ਉਹੀ ਲਫ਼ਜ਼ ਗੁਰੂ ਬਾਬਾ ਨਾਨਕ ਨੇ ਇਸਤੇਮਾਲ ਕਰਕੇ ਜੋਗੀਆਂ ਨੂੰ ਸਹੀ ਰਾਹ ਬਾਰੇ ਗਿਆਨ ਦਿੱਤਾ। ਜੇਕਰ ਆਪ ਸਾਰਿਆਂ ਨੂੰ ਯਾਦ ਹੋਏ, ਅਸੀਂ ਸਿੱਧ ਗੋਸ਼ ਦੀ ਬਾਣੀ ਵਿਚਾਰ ਕੇ ਆਏ ਹਾਂ। ਬਹੁਤ ਲੰਬੀ ਬਾਣੀ ਹੈ, ਜਿਹਨੂੰ ਆਪਾਂ ਸਾਡੇ ਗੁਰਮੁਖ ਸੱਜਣ, ਗੁਰਸਿੱਖ ਵੀਰ ਜਿਹੜੇ ਬਾਣੀ ਦੇ ਵਿਚਾਰਵਾਨ ਨੇ, ਉਹ ਕਹਿੰਦੇ ਨੇ ਕਿ ਬਹੁਤ ਮਹਿੰਗੀ ਬਾਣੀ ਹੈ। ਉਹਦੀ ਆਪਾਂ ਵਿਚਾਰ ਕਰਕੇ ਆਏ ਹਾਂ। ਇਹ ਚੀਜ਼ਾਂ, ਗੱਲਾਂ ਸਾਰੀਆਂ ਉੱਥੇ ਵੀ ਆਈਆਂ ਸੀ, ਲੇਕਿਨ ਇਹ ਜੋ 4 ਪਦੇ ਨੇ, ਪੰਨਾ ਨੰਬਰ 6 ਤੇ ਜਪ ਬਾਣੀ ਦੇ ਵਿੱਚ, ਇਹਨਾਂ ਨੂੰ ਜੇ ਅਸੀਂ ਅੱਜ ਧਿਆਨ ਨਾਲ ਸੁਣ ਲਿਆ, ਵਿਚਾਰ ਲਿਆ, ਬਾਣੀ ਦੇ ਵਿਚਲੇ ਸ਼ਬਦ ਜਿਹੜੇ ਨੇ ਨਾ, ਜਦੋਂ ਅੱਗੇ ਆਪਾਂ ਪਾਠ ਕਰਨਾ ਹੈ ਜਾਂ ਅੱਗੇ ਬਾਣੀ ਪੜ੍ਹਨੀ ਹੈ, ਬੜੇ ਭੁਲੇਖੇ ਚੋਂ ਦੂਰ ਹੁੰਦੇ ਜਾਣੇ ਆ।
ਆ ਸਿਰਫ 4 ਪਦਿਆਂ ਦੇ 28 29 30 31, ਕਿਉਂਕਿ ਇਹ ਜੋਗੀਆਂ ਦੇ ਲਫ਼ਜ਼ ਨੇ, ਉਹ ਇਸਤੇਮਾਲ ਕੀਤੇ ਨੇ ਬਾਬੇ ਨਾਨਕ ਨੇ। ਜੋਗੀਆਂ ਦਾ ਲਾਈਫ ਸਟਾਈਲ, ਲਫ਼ਜ਼ ਜਿਹੜੇ ਉਹ ਯੂਜ਼ ਕਰਦੇ ਸੀ, ਉਹਨਾਂ ਦੇ ਮੀਨਿੰਗਸ, ਗੁਰੂ ਬਾਬੇ ਨਾਨਕ ਨੇ ਕਿੱਥੇ ਲਿਜਾ ਕੇ ਉਹਨਾਂ ਨੂੰ ਉਹੀ ਸ਼ਬਦ ਕਿਸ ਤਰ੍ਹਾਂ ਸਮਝਾਏ ਹੈ, ਇਹ ਅਸੀਂ ਅੱਜ ਵਿਚਾਰਾਂਗੇ। ਮੁੰਦਾਂ ਬਹੁਤੇ ਲੋਕ ਜਿਹੜੇ ਨੇ ਇਹਨੂੰ ਮੰਦਾ ਹੀ ਪੜ੍ਹ ਦਿੰਦੇ ਆ, ਮੰਦਾ। ਇਹ ਹੈ ਮੁੰਦਾਂ ਲਫ਼ਜ਼ ਹੈ, ਮੰਮੇ ਨੂੰ ਔਂਕੜ, ਉੱਤੇ ਟਿੱਪੀ, ਦੱਦਾ ਦੱਦੇ ਨੂੰ ਕੰਨਾ, ਔਰ ਇਹ ਉਚਾਰਨ ਨਾਸਕੀ ਹੋਏਗਾ, ਮੁੰਦਾਂ ਪਾਉਣੀਆਂ। ਬਾਬਾ ਨਾਨਕ ਕਹਿੰਦੇ ਜੇ ਮੁੰਦਾਂ ਪਾਉਣੀਆਂ ਹੀ ਨੇ ਤਾਂ ਸੰਤੋਖ ਸਬਰ ਦੀਆਂ ਮੁੰਦਾਂ ਪਾਓ। ਅਸਲ 'ਚ ਜਿਹੜੀਆਂ ਮੁੰਦਾਂ ਪਾਉਣੀਆਂ ਬੜਾ ਔਖਾ ਕੰਮ ਹੈ, ਕੰਨ ਪੜਵਾਉਣੇ ਪੈਂਦੇ ਆ, ਔਰ ਇਹਦੇ 'ਚ ਸਭ ਤੋਂ ਵੱਡੀ ਗੱਲ ਹੈ, ਸਾਬਤ ਸੂਰਤ ਸਾਡੀ ਭੰਨੀ ਜਾਂਦੀ ਹੈ। ਬੜਾ ਸਿੱਧਾ ਉਪਦੇਸ਼ ਬਾਬਾ ਨਾਨਕ ਦੇ ਰਹੇ ਆ, ਕਹਿੰਦੇ ਜੇ ਮੁੰਦਾਂ ਪਾਉਣੀਆਂ ਹੀ ਨੇ ਤਾਂ ਸੰਤੋਖ ਸਬਰ ਦੀਆਂ ਮੁੰਦਾਂ ਪਾਓ। ਸਬਰ ਧਾਰਨ ਕਰੀਏ, ਇਹ ਬਹੁਤ ਵੱਡਾ ਗੁਣ ਹੈ। ਮੁੰਦਾਂ ਸੰਤੋਖ, ਜੇ ਅਸੀਂ ਸਬਰ ਧਾਰਨ ਕਰ ਲਿਆ, ਸਮਝੋ ਮੁੰਦਾਂ ਪੈ ਗਈਆਂ। ਸਰਮ ਪੱਤ ਝੋਲੀ, ਪੱਤ ਜਿਹੜਾ ਲਫ਼ਜ਼ ਹੈ ਇਹ ਵੱਖਰੇ ਵੱਖਰੇ ਰੂਪ 'ਚ ਆਇਆ। ਪੱਪਾ ਤੱਤਾ ਤੱਤੇ ਨੂੰ ਸਿਹਾਰੀ, ਇਹਦਾ ਸੰਸਕ੍ਰਿਤ ਵਿੱਚ ਅਰਥ ਹੈ ਖਸਮ, ਮਾਲਕ। ਪੰਜਾਬੀ ਦੇ ਵਿੱਚ ਇਹਦਾ ਇੱਕ ਹੋਰ ਅਰਥ ਨਿਕਲਦਾ ਹੈ ਇੱਜ਼ਤ, ਅਬਰੋਏ, ਆਬਰੂ। ਸ਼ਬਦ ਜਿਹੜਾ ਪੱਤ ਹੈ, ਤੱਤੇ ਨੂੰ ਔਂਕੜ, ਇਹ ਇੱਕ ਵਚਨ ਹੈ। ਸੰਸਕ੍ਰਿਤ ਵਿੱਚ ਇਹਨੂੰ ਕਹਿੰਦੇ ਪਾਤਰ, ਤੱਤੇ ਦੇ ਪੈਰ 'ਚ ਰਾਰਾ ਪਾ ਕੇ ਜਦੋਂ ਆਪਾਂ ਬੋਲੀਏ ਉਹ ਲਫ਼ਜ਼ ਦੀ ਸਾਊਂਡ ਨਿਕਲੇਗੀ, ਪਾਤਰ, ਪਾਤਰ, ਜਿਹਦਾ ਅਰਥ ਹੈ ਭਾਂਡਾ, ਪਿਆਲਾ, ਖੱਪਰ। ਤੇ ਇਹਨੂੰ ਠੇਠ ਪੰਜਾਬੀ ਦੇ ਵਿੱਚ ਚਿੱਪੀ ਵੀ ਕਹਿ ਦਿੰਦੇ, ਚਿੱਪੀ। ਮੁੰਦਾਂ ਸੰਤੋਖ ਸਰਮ ਪੱਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਕਹਿੰਦੇ ਜੇ ਖੱਪਰ ਬਗਲੀ ਰੱਖਣੀ ਹੈ ਤੇ ਨਾਮ ਲਈ ਮੁਸ਼ੱਕਤ ਕਰ, ਉਸ ਇੱਕ ਅਕਾਲ ਪੁਰਖ ਦੇ ਨਾਮ ਦੀ ਕਮਾਈ ਕਰੋ। ਚਿੱਪੀ, ਖੱਪਰ। ਇਹ ਜਿਹੜਾ ਖੱਪਰ ਹੁੰਦਾ ਹੈ, ਇਹਦੇ 'ਚ ਕੋਈ ਵਸਤ ਆਦਿ ਜਿਹੜੀ ਪਾਈ ਜਾਂਦੀ ਹੈ, ਦਾਣੇ ਜਾਂ ਹੋਰ ਕੋਈ ਖਾਣ ਵਾਲੀਆਂ ਚੀਜ਼ਾਂ, ਉਹ ਵਿੱਚ ਇਹਦੇ ਪਾ ਲੈਂਦੇ ਨੇ। ਹੋਰ ਕੋਈ ਐਗਜ਼ਾਮਪਲ ਸਾਨੂੰ ਸੁੱਝੀ ਨਹੀਂ, ਤੇ ਜਿੱਦਾਂ ਲੇਡੀਜ਼ ਦਾ ਹੈਂਡਬੈਗ ਹੁੰਦਾ ਨਾ, ਲੇਡੀਜ਼ ਹੈਂਡਬੈਗ ਉਸ ਤਰ੍ਹਾਂ ਦਾ ਹੁੰਦਾ। ਝੋਲੀ, ਬਗਲੀ, ਜਿਹੜਾ ਪਰਨਾ ਗਲ 'ਚ ਪਾ ਕੇ ਝੋਲੀ ਜੀ ਬਣਾਈ ਜਾਂਦੀ ਹੈ, ਉਹਦੇ ਵਿੱਚ ਵੀ ਵਸਤਾਂ ਗੰਢ ਮਾਰ ਕੇ ਰੱਖੀਆਂ ਜਾਂਦੀਆਂ। ਜੇ ਸਵਾਹ ਮਲਣੀ ਹੈ ਤੇ ਨਾਮ ਜਪ ਜਪ ਕੇ ਧਿਆਨ ਲਾਓ, ਸਮਝੋ ਸਵਾਹ ਮਲੀ ਗਈ। ਸੰਤੋਖ ਸਬਰ ਦੀਆਂ ਮੁੰਦਾਂ ਪਾਓ, ਪੱਤ ਝੋਲੀ, ਜਿਹੜਾ ਉਹ ਖੱਪਰ ਜਾਂ ਉਹ ਭਾਂਡਾ ਜਿਹਦੇ 'ਚ ਵਸਤ ਪਾਉਣੀ ਹੈ, ਸਰਮ ਮਿਹਨਤ ਕਰੋ, ਨਾਮ ਦੀ ਕਮਾਈ ਦੀ ਮਿਹਨਤ ਕਰੋ। ਪੱਤ ਵੀ ਤੁਹਾਡਾ ਆ ਗਿਆ, ਝੋਲੀ ਵੀ ਆ ਗਈ,
ਜੇ ਧਿਆਨ ਲਾਉਣਾ ਹੈ, ਜੇ ਵਿਭੂਤ ਮਲਣੀ ਹੈ, ਉਹ ਸ਼ਬਦ ਦੇ ਵਿੱਚ, ਨਾਮ ਦੇ ਵਿੱਚ ਧਿਆਨ ਲਾਓ, ਸਮਝੋ ਸਵਾਹ ਮਲੀ ਗਈ, ਵਿਭੂਤੀ ਮਲੀ ਗਈ ਸਰੀਰ ਤੇ, ਉਹ ਸਵਾਹ ਮਲ ਕੇ ਰੱਖਦੇ ਸੀ। ਔਰ ਮੋਸਟਲੀ ਇਹ ਸਵਾਹ ਜਿਹੜੀ ਸੀ, ਇਹ ਮੋਸਟਲੀ ਗੋਹੇ ਦੀ ਹੁੰਦੀ ਸੀ। ਬੜੇ ਜ਼ਿਆਦਾ ਲਫ਼ਜ਼ ਇਸ ਲਾਈਨ 'ਚ ਯੂਜ਼ ਕੀਤੇ ਨੇ। ਮੁੰਦਾਂ ਸੰਤੋਖ ਦੀਆਂ, ਮਿਹਨਤ, ਪੱਤ ਔਰ ਝੋਲੀ ਨੂੰ ਮਿਹਨਤ ਨਾਲ ਸਿੰਬਲੀ ਦੇ ਦਿੱਤੀ ਹੈ, ਔਰ ਜਿਹੜੀ ਵਿਭੂਤੀ ਉਹ ਮਲਦੇ ਸੀ ਸਰੀਰ ਤੇ, ਉਹਨੂੰ ਧਿਆਨ ਨਾਲ ਸਿੰਬਲੀ ਦਿੱਤੀ ਹੈ। ਸੋ ਜੇ ਸਾਡੇ ਕੋਲ ਸਬਰ ਸੰਤੋਖ ਹੈ, ਅਸੀਂ ਮੁਸ਼ੱਕਤ ਕਰਦੇ ਹਾਂ ਨਾਮ ਦੀ ਕਮਾਈ ਦੀ, ਔਰ ਨਾਮ ਜਪ ਜਪ ਕੇ ਅਸੀਂ ਧਿਆਨ ਤੱਕ ਪਹੁੰਚਦੇ ਹਾਂ, ਮੁੰਦਾਂ ਦੀ ਕੋਈ ਲੋੜ ਨਹੀਂ ਹੈ, ਚਿੱਪੀ ਜਾਂ ਖੱਪਰ ਆਦਿ ਦੀ ਕੋਈ ਲੋੜ ਨਹੀਂ ਹੈ, ਤੇ ਵਿਭੂਤੀ ਮਲਣ ਦੀ ਲੋੜ ਨਹੀਂ ਹੈ। ਇੱਕੋ ਇੱਕ ਗੱਲ ਹੈ ਕਿ ਨਾਮ ਦੀ ਕਮਾਈ ਦੇ ਵਿੱਚ ਧਿਆਨ ਲਾਉਣਾ, ਸਾਰਾ ਕੁਛ ਇਹਦੇ ਵਿੱਚ ਹੀ ਆ ਜਾਂਦਾ। ਅੱਗੇ ਚੱਲੀਏ। ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਹੁਣ ਗੋਦੜੀ, ਖਿੰਥਾ ਫਟੀ ਪੁਰਾਣੀ, ਗਲ ਚ ਪਾਉਣ ਵਾਲੀ। ਖਿੰਥਾ ਨੂੰ ਕਾਲ ਨਾਲ ਸਿੰਬਲੀ ਦਿੱਤੀ ਹੈ। ਮੌਤ ਨੂੰ ਯਾਦ ਰੱਖਣਾ ਹੀ ਤੇਰੀ ਖਿੰਥਾ ਹੈ, ਕੋਟੀ ਹੈ, ਗੋਦੜੀ ਹੈ, ਮੌਤ ਨੂੰ ਯਾਦ ਰੱਖਣਾ। ਕੁਆਰੀ ਕਾਇਆ, ਇਹ ਲਫ਼ਜ਼ ਵੀ ਆਏਗਾ ਅੱਗੇ ਬਹੁਤ ਵਾਰੀ। ਹੁਣ ਇਹ ਕੁਆਰੀ ਕਾਇਆ ਕਿਹੜੀ ਹੁੰਦੀ ਹੈ? ਸਿੰਪਲ ਇਹਦੀ ਜਿਹੜੀ ਵਿਚਾਰ ਯਾਦ ਰੱਖਣੀ, ਇਹਦਾ ਮੀਨਿੰਗ ਯਾਦ ਰੱਖਣਾ, ਉਹ ਕਾਇਆ ਜਿਹੜੀ ਮਾਇਆ ਤੋਂ ਨਿਰਲੇਪ ਹੈ, ਜਿਹਨੂੰ ਮਾਇਆ ਨੇ ਲੁੱਟਿਆ ਨਹੀਂ ਹੈ, ਉਹ ਕਾਇਆ ਹੀ ਕੁਆਰੀ ਹੈ। ਖਿੰਥਾ ਕਾਲ, ਜੇ ਫਟੀ ਪੁਰਾਣੀ ਕੋਈ ਗੋਦੜੀ ਪਾਉਣੀ ਹੈ ਤੇ ਉਹਦੇ ਲਈ ਮੌਤ ਨੂੰ ਯਾਦ ਰੱਖ ਹਮੇਸ਼ਾ। ਕੁਆਰੀ ਕਾਇਆ ਉਹ ਹੈ ਜਿਹੜੀ ਮਾਇਆ ਤੋਂ ਨਿਰਲੇਪ ਹੋਵੇ। ਜੁਗਤ ਡੰਡਾ ਪ੍ਰਤੀਤ, ਜੁਗਤ ਡੰਡਾ। ਹੁਣ ਇਹ ਜੋਗੀ ਲੋਕ ਜਿਹੜੇ ਆ, ਇਹ ਸਾਰੇ ਲਫ਼ਜ਼ ਉਹਨਾਂ ਦੇ ਨੇ। ਮੁੰਦਾਂ, ਪੱਤ, ਝੋਲੀ, ਵਿਭੂਤ, ਖਿੰਥਾ, ਡੰਡਾ, ਇਹ ਸਾਰੇ ਉਹਨਾਂ ਦੇ ਲਫ਼ਜ਼ ਨੇ। ਜੁਗਤ ਡੰਡਾ ਕਿ ਜੋਗੀ ਲੋਕ ਰਾਹ ਖਹਿੜਿਆਂ ਚੋਂ ਲੰਘਦੇ ਸੀ, ਪਾਣੀ ਆਦਿ ਚੋਂ ਲੰਘਣਾ, ਜੰਗਲਾਂ ਚੋਂ ਲੰਘਣਾ, ਖੇਤਾਂ ਖਲਿਆਣਾਂ ਚੋਂ ਲੰਘਣਾ, ਉੱਥੇ ਉਹ ਸੋਟੀ ਦੀ ਲੋੜ ਪੈਂਦੀ ਸੀ, ਕੋਈ ਸੱਪ ਨਿਕਲ ਆਇਆ, ਕੋਈ ਕੁੱਤਾ ਮਗਰ ਪੈ ਗਿਆ, ਤੇ ਉਹ ਲੋਕ ਆਪਣੇ ਆਪ ਨੂੰ ਸੇਫਟੀ ਵਾਸਤੇ, ਆਪਣੀ ਸੇਫਟੀ ਵਾਸਤੇ ਉਹ ਡੰਡਾ ਫੜ ਕੇ ਰੱਖਦੇ ਸੀ। ਸਾਡੇ ਵਾਸਤੇ ਬਾਬਾ ਨਾਨਕ ਕੀ ਉਪਦੇਸ਼ ਦੇ ਰਿਹਾ, ਨਾਲੇ ਉਹੀ ਲਫ਼ਜ਼ ਯੂਜ਼ ਕਰਕੇ, ਅਕਾਲ ਪੁਰਖ ਤੇ, ਇੱਕ ਅਕਾਲ ਪੁਰਖ ਤੇ, ਪ੍ਰਭੂ ਤੇ ਭਰੋਸਾ ਕਰਕੇ ਨਾਮ ਜਪਣਾ ਹੀ ਮਰਿਆਦਾ ਦਾ ਡੰਡਾ ਹੈ, ਜੁਗਤ ਦਾ ਡੰਡਾ ਹੈ। ਖਿੰਥਾ ਕਾਲ, ਫਟੀ ਪੁਰਾਣੀ ਜਿਹੜੀ ਗੋਦੜੀ ਹੁੰਦੀ ਹੈ, ਕੋਟੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਕਹਿੰਦੇ ਜੇ ਉਹ ਪਾਉਣੀ ਹੈ, ਮੌਤ ਨੂੰ ਹਮੇਸ਼ਾ ਯਾਦ ਰੱਖ। ਜੇ ਕਾਇਆ ਨੂੰ ਕੁਆਰੀ ਰੱਖਣਾ, ਉਹ ਤਾਂ ਹੀ ਰਹਿ ਸਕਦੀ ਹੈ ਜੇ ਉਹ ਮਾਇਆ ਤੋਂ ਨਿਰਲੇਪ ਹੈ। ਜੇ ਜੁਗਤ ਦਾ ਡੰਡਾ, ਮਰਿਆਦਾ ਦਾ ਡੰਡਾ ਕਿਹੜਾ ਹੈ? ਪ੍ਰਤੀਤ,
ਇੱਕ ਅਕਾਲ ਪੁਰਖ ਤੇ ਭਰੋਸਾ ਹੀ ਮਰਿਆਦਾ ਦਾ ਡੰਡਾ ਹੈ। ਅੱਗੇ ਚਲੀਏ। ਆਈ ਪੰਥ ਬ੍ਰਹਮ ਵਿਦਿਆ ਦੀ ਪ੍ਰਾਪਤੀ ਦਾ ਐਸਾ ਰਾਹ, ਐਸਾ ਮਾਰਗ ਜਿਹਦੇ ਤੇ ਤੁਰਨ ਵਾਲੇ, ਚੱਲਣ ਵਾਲੇ ਸਾਰੇ ਹੀ ਸਹਿਪਾਠੀ ਨੇ, ਕਲਾਸ ਫੈਲੋਜ਼ ਆਫ ਆਲ, ਸਗਲ ਜਮਾਤੀ। ਇਕੁਐਲਿਟੀ, ਕੋਈ ਵਿੱਚ ਧਾਰਮਿਕ ਲੀਡਰ ਨਹੀਂ ਹੈ, ਕੋਈ ਸੰਤ ਨਹੀਂ ਹੈ ਵਿੱਚ ਸੋ ਕਾਲਡ। ਆਈ ਪੰਥ ਬ੍ਰਹਮ ਵਿਦਿਆ ਦੀ ਪ੍ਰਾਪਤੀ ਦਾ ਐਸਾ ਮਾਰਗ ਹੈ ਜਿੱਥੇ ਚੱਲਣ ਵਾਲੇ ਸਾਰੇ ਹੀ ਜਮਾਤੀ ਨੇ, ਕਲਾਸ ਫੈਲੋ ਨੇ। ਮਨ ਜੀਤੈ ਜਗ ਜੀਤ, ਕਰਮ ਇੰਦਰੀਆਂ ਤੇ ਕੰਟਰੋਲ ਕਰਨਾ ਹੀ ਮਨ ਨੂੰ ਜਿੱਤਣਾ ਹੈ। ਜਗ ਜਿਹੜਾ ਹੈ ਇੱਥੇ ਮਤਲਬ ਇਹ ਦੁਨੀਆ ਨਹੀਂ ਹੈ, ਦੁਨੀਆ ਨਹੀਂ ਹੈ। ਜਗ ਦਾ ਮਤਲਬ ਹੈ ਮਾਇਆ। ਇੱਥੇ ਮਾਇਆ ਫਿੱਟ ਹੋਏਗਾ। ਮਨ ਜੀਤੈ ਜਗ ਜੀਤ। ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ। ਉਹ ਫਿਰ ਜਦੋਂ ਇਹ ਕੁਆਰੀ ਕਾਇਆ ਦਾ ਕਨਸੈਪਟ ਆ ਗਿਆ, ਜਦੋਂ ਅਗਲੀ ਲਾਈਨ ਦੇ ਵਿੱਚ ਆਈ ਪੰਥੀ ਲਫ਼ਜ਼ ਆ ਗਿਆ, ਐਸਾ ਮਾਰਗ ਜਿੱਥੇ ਚੱਲਣ ਵਾਲੇ ਸਾਰੇ ਜਮਾਤੀ ਨੇ, ਮਨ ਜੀਤੈ, ਤੱਤੇ ਨੂੰ ਦੋ ਲਾਵਾਂ ਆ ਗਈਆਂ। ਇਹ ਲਫ਼ਜ਼ ਸਿੱਧਾ ਹੀ ਅਕਾਲ ਪੁਰਖ ਦੇ ਨਾਲ ਰਿਲੇਟਡ ਹੋਏਗਾ, ਦੋ ਲਾਵਾਂ ਵਾਲਾ। ਕਰਮ ਇੰਦਰੀਆਂ ਤੇ ਕੰਟਰੋਲ ਕਰਨਾ ਹੀ ਮਨ ਨੂੰ ਜਿੱਤਣਾ ਹੈ, ਮਾਇਆ ਨੂੰ ਜਿੱਤਣਾ ਹੈ। ਜੇ ਆਪਣਾ ਵੱਖਰਾ ਪੰਥ ਤੋਰਨਾ ਹੈ ਤੇ ਸਗਲ ਜਮਾਤੀ ਸਾਰੇ ਹੀ ਸਹਿਪਾਠੀ ਹੋਣਗੇ, ਇੱਕੋ ਜਿਹੇ ਹੋਣਗੇ। ਉਹਨਾਂ 'ਚ ਕੋਈ ਧਾਰਮਿਕ ਲੀਡਰ ਨਹੀਂ ਹੋਏਗਾ, ਕੋਈ ਸੰਤ ਨਹੀਂ ਹੋਏਗਾ ਜਿਹਨੂੰ ਸਪੈਸ਼ਲ ਟ੍ਰੀਟਮੈਂਟ ਮਿਲਦੀ ਹੋਏ, ਜਿਹਦੇ ਪੈਰਾਂ ਥੱਲੇ ਰੈੱਡ ਕਾਰਪੇਟ ਵਿਛਦਾ ਹੋਏ, ਜਿਹਨੂੰ ਚੁੱਕ ਕੇ ਗੱਡੀ 'ਚ ਬਿਠਾਇਆ ਜਾਂਦਾ ਹੋਵੇ, ਉਹ ਗੱਡੀ ਵੀ ਕੋਈ ਮਾੜੀ ਧੀੜੀ ਨਾ ਹੋਵੇ, ਗੱਡੀ ਵੀ ਬਹੁਤ ਹਾਈ ਐਂਡ ਮਹਿੰਗੀ ਗੱਡੀ ਹੋਵੇ ਨਾ। ਇਹ ਸਗਲ ਜਮਾਤੀ ਦਾ ਕਨਸੈਪਟ ਹੈ। ਬਾਬੇ ਨਾਨਕ ਦਾ ਜਿਹੜਾ ਰਾਹ ਹੈ ਉਹ ਹੈ ਸਗਲ ਜਮਾਤੀ। ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਕੋਈ ਲੀਡਰ ਨਹੀਂ, ਕੋਈ ਫਾਲੋਅਰ ਨਹੀਂ। ਮਨ ਜੀਤੈ ਜਗਜੀਤ। ਉਸ ਅਭਿਆਸੀ ਨੇ ਜਿਨਨੇ ਕਰਮ ਇੰਦਰੀਆਂ ਤੇ ਕੰਟਰੋਲ ਕੀਤਾ ਹੈ, ਉਹੀ ਇਸ ਮਾਇਆ ਤੇ ਜਗ ਜੀਤ, ਉਹਨੇ ਹੀ ਇਸ ਮਾਇਆ ਨੂੰ ਜਿੱਤਿਆ ਹੈ। ਆਦੇਸ਼ ਤਿਸੈ ਆਦੇਸ਼, ਤਿਸੈ ਦੋ ਲਾਵਾਂ, ਸਿੱਧਾ ਕਹਿੰਦੇ ਉਸ ਅਕਾਲ ਪੁਰਖ ਨੂੰ ਹੀ ਨਮਨ ਹੈ। ਕੇਵਲ ਇਬਾਦਤ ਕਰਨੀ, ਹੋਰ ਕਿਸੇ ਦੀ ਨਹੀਂ, ਇੱਕ ਦੀ ਇਬਾਦਤ। ਆਦੇਸ਼ ਤਿਸੈ ਆਦੇਸ਼, ਉਸੇ ਨੂੰ ਹੀ ਨਮਨ ਹੈ, ਉਸੇ ਦੀ ਹੀ ਇਬਾਦਤ ਹੈ। ਕਿਹੜੇ ਰੱਬ ਦੀ, ਕਿਹੜੇ ਪ੍ਰਭੂ ਦੀ, ਕਿਹੜੇ ਇੱਕ ਅਕਾਲ ਪੁਰਖ ਦੀ? ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ। ਜੋ ਆਦ ਤੋਂ ਹੈ, ਜੋ ਗਿਣਤੀ ਰਹਿਤ ਹੈ, ਅਨੀਲ ਅਣਗਿਣਤ ਹੈ, ਅਨਾਦ ਹੈ, ਆਦ ਰਹਿਤ, ਕਿ ਜਿਹਦੀ ਸ਼ੁਰੂਆਤ ਦਾ ਹੀ ਪਤਾ ਨਹੀਂ ਹੈ, ਜਿਸ ਦੇ ਆਦ ਦਾ ਹੀ ਕੋਈ ਪਤਾ ਨਹੀਂ ਹੈ। ਅਨਾਹਤ, ਜਿਸ ਨੂੰ ਨਾਸ ਨਹੀਂ ਕੀਤਾ ਜਾ ਸਕਦਾ ਤੇ ਉਹ ਨਿਰੰਤਰ ਚੱਲ ਰਿਹਾ ਹੋਵੇ, ਅਬਨਾਸੀ ਹੋਵੇ, ਉਹ ਹੈ ਅਨਾਹਤ।
आद, अनील, अनाद, अनाहत। जो आद तो है, जो गिणती ਰਹਿਤ है, अणगिणत है, जिस दे आद ਦਾ ਕੋਈ ਪਤਾ ਨਹੀਂ, ਅਨਾਹਤ ਜਿਸ ਨੂੰ ਨਾਸ ਨਹੀਂ ਕੀਤਾ ਜਾ ਸਕਦਾ, ਤੇ ਨਿਰੰਤਰ ਚੱਲ ਰਿਹਾ ਹੋਵੇ, ਅਬਨਾਸੀ ਹੋਵੇ। ਉਸ ਇੱਕ ਅਕਾਲ ਪੁਰਖ ਦੀ ਇਬਾਦਤ, ਉਸ ਇੱਕ ਅਕਾਲ ਪੁਰਖ ਦੀ ਭਗਤੀ ਔਰ ਉਸ ਇੱਕ ਅਕਾਲ ਪੁਰਖ ਨੂੰ ਨਮਨ। ਆਦੇਸ਼ ਤਿਸੈ ਆਦੇਸ਼, ਆਦ ਅਨੀਲ, ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਜਦੋਂ ਦੀ ਦੁਨੀਆ ਬਣੀ ਉਸ ਸਮੇਂ ਦਾ ਨਿਰੰਤਰ ਇੱਕੋ ਡਿਸਪਲਿਨ ਵਿੱਚ ਚੱਲ ਰਿਹਾ ਹੈ, ਨਾ ਉਹ ਘਟ ਰਿਹਾ ਹੈ ਨਾ ਉਹ ਵੱਧ ਰਿਹਾ ਹੈ। ਇੱਥੇ ਪਦਾ ਨੰਬਰ 28 ਪੂਰਾ ਹੁੰਦਾ ਹੈ। ਇਹਦੇ ਚ ਮੈਂ ਇੱਕ ਵਾਰੀ ਫੇਰ ਰਿਪੀਟ ਕਰਦਾ, ਮੁੰਦਾਂ, ਇਸ ਲਫ਼ਜ਼ ਨੂੰ ਮੁੰਦਾਂ ਪੜ੍ਹਨਾ ਹੈ। ਉਹ ਕੀ ਹੈ? ਸਬਰ ਸੰਤੋਖ ਦੀਆਂ ਮੁੰਦਾਂ, ਸਰਮ ਪੱਤ ਝੋਲੀ, ਨਾਮ ਲਈ ਮਿਹਨਤ ਕਰਨੀ। ਜੇ ਖੱਪਰ ਬਗਲੀ ਆਦ ਰੱਖਣੀ ਹੈ ਤੇ ਉਹ ਨਾਮ ਦੀ ਕਮਾਈ ਕਰੋ। ਜੇ ਪਰਨਾ ਗਲ ਚ ਪਾਉਣਾ ਹੈ, ਨਾਮ ਦੀ ਕਮਾਈ ਕਰੋ। ਜੇ ਸਵਾਹ ਮਲਣੀ ਹੈ ਸਰੀਰ ਤੇ, ਤਾਂ ਵੀ ਨਾਮ ਜਪ ਜਪ ਕੇ ਧਿਆਨ ਦੀ ਅਵਸਥਾ ਤੱਕ ਪਹੁੰਚੋ। ਜੇ ਗੋਦੜੀ ਪਾਉਣੀ ਹੈ, ਮੌਤ ਨੂੰ ਯਾਦ ਰੱਖੋ, ਕਾਲ ਨੂੰ ਯਾਦ ਰੱਖੋ। ਕਾਇਆ ਕੁਆਰੀ ਰੱਖਣੀ ਹੈ, ਮਾਇਆ ਤੋਂ ਨਿਰਲੇਪ ਹੋਵੋ। ਜੁਗਤ ਦਾ ਡੰਡਾ ਰੱਖਣਾ ਹੈ ਤੇ ਉਹ ਇੱਕ ਅਕਾਲ ਪੁਰਖ ਤੇ ਭਰੋਸਾ, ਪ੍ਰਤੀਤ, ਪ੍ਰੇਮ। ਜੇ ਕੋਈ ਆਈ ਪੰਥ ਹੈ ਤੇ ਸਭ ਤੋਂ ਵੱਡਾ ਪੰਥ ਇਹੋ ਹੀ ਹੈ ਕਿ ਬ੍ਰਹਮ ਵਿਦਿਆ ਦੀ ਪ੍ਰਾਪਤੀ ਦਾ ਐਸਾ ਮਾਰਗ ਜਿੱਥੇ ਚੱਲਣ ਵਾਲੇ ਸਾਰੇ ਹੀ ਸਗਲ ਜਮਾਤੀ ਨੇ, ਕਲਾਸ ਫੈਲੋਜ਼ ਆਫ ਆਲ, ਸਗਲ ਜਮਾਤੀ। ਮਨ ਨੂੰ ਜਿਸ ਤਰ੍ਹਾਂ ਕਰਮ ਇੰਦਰੀਆਂ ਤੇ ਕੰਟਰੋਲ ਕਰਨਾ ਹੀ ਐਸ ਮਨ ਨੂੰ ਜਿੱਤਣਾ ਹੈ। ਜਗ ਮਾਇਆ ਤੇ ਕਾਬੂ ਪਾਉਣਾ ਹੀ ਮਨ ਜਿੱਤਣਾ ਹੈ। ਆਦੇਸ਼ ਤਿਸੈ ਆਦੇਸ਼, ਉਸ ਇੱਕ ਅਕਾਲ ਪੁਰਖ ਨੂੰ ਹੀ ਨਮਨ ਹੈ। ਉਸ ਇੱਕ ਅਕਾਲ ਪੁਰਖ ਦੀ ਹੀ ਇਬਾਦਤ ਕਰਨੀ ਹੈ, ਹੋਰ ਕਿਸੇ ਦੀ ਨਹੀਂ। ਤਾਂ ਦੋ ਵਾਰੀ ਲਿਖਿਆ ਹੈ ਆਦੇਸ਼ ਤਿਸੈ ਆਦੇਸ਼, ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਦੀ ਇਬਾਦਤ। ਕਿਹੜੇ ਅਕਾਲ ਪੁਰਖ ਦੀ? ਜੋ ਆਦ ਤੋਂ ਹੈ, ਜੋ ਗਿਣਤੀ ਅਣਗਿਣਤ ਹੈ, ਜਿਸ ਦੀ ਗਿਣਤੀ ਨਹੀਂ ਹੋ ਸਕਦੀ। ਜੋ ਅਨਾਦ ਹੈ, ਜਿਸ ਦੇ ਆਦ ਦਾ ਕੋਈ ਪਤਾ ਨਹੀਂ। ਜੋ ਅਨਾਹਤ ਹੈ, ਜਿਸ ਨੂੰ ਨਾਸ ਨਹੀਂ ਕੀਤਾ ਜਾ ਸਕਦਾ, ਤੇ ਨਿਰੰਤਰ ਚੱਲ ਰਿਹਾ ਹੋਵੇ, ਅਬਨਾਸੀ ਹੋਵੇ। ਜੁਗ ਜੁਗ ਇੱਕੋ ਵੇਸ। ਜਦੋਂ ਦੀ ਦੁਨੀਆ ਬਣੀ ਹੈ ਉਸ ਸਮੇਂ ਦਾ ਨਿਰੰਤਰ ਇੱਕੋ ਡਿਸਿਪਲਿਨ ਦੇ ਵਿੱਚ ਉਹ ਚੱਲ ਰਿਹਾ ਹੈ। ਇਹ ਹੋ ਗਿਆ ਸਾਡਾ ਪਦਾ ਨੰਬਰ 28। ਹੁਣ ਅੱਗੇ ਚੱਲੀਏ। ਭੁਗਤ ਗਿਆਨ, ਦਇਆ ਭੰਡਾਰਨ। ਕਈ ਦੇਖੋ ਲਫ਼ਜ਼ ਸਾਡੇ ਕਲੀਅਰ ਹੋਣਗੇ ਜੇ ਇਹ ਲਫ਼ਜ਼ ਅਸੀਂ ਦ੍ਰਿੜ ਕਰ ਲਾਂਗੇ, ਪੱਕੇ ਕਰ ਲਾਂਗੇ, ਇਹਨਾਂ ਨੂੰ ਜ਼ਹਿਨ ਦੇ ਵਿੱਚ ਰੱਖ ਲਵਾਂਗੇ। ਐਸ ਚਾਰ ਪਦਿਆਂ ਤੇ ਬੜਾ ਸਮਾਂ ਲੱਗਿਆ, ਸਾਨੂੰ ਵੀ ਬੜਾ ਸਮਾਂ ਲੱਗਿਆ ਵਿਚਾਰ ਕਰਦਿਆਂ। ਪਰ ਇਹ ਜੇ ਇੱਕ ਵਾਰ ਸਮਝ ਆ ਗਏ, ਜੇ ਇਹਨਾਂ ਤੇ ਪ੍ਰਤੀਤ ਬਣ ਗਈ, ਤੇ ਅੱਗੇ ਆਉਣ ਵਾਲੇ ਸ਼ਬਦ ਜਾਂ ਇਹ ਲਫ਼ਜ਼ ਜਿੱਥੇ ਵੀ ਆਉਣਗੇ, ਝੱਟ ਸਾਡੇ ਜਿਹੜੇ ਹੈ ਜਿਹੜਾ ਅਸੀਂ ਅਲਰਟ ਹੋ ਜਾਾਂਗੇ ਕਿ ਇਹਦਾ ਮੀਨਿੰਗ ਤੇ ਆ ਬਣਨਾ ਹੈ। ਭੁਗਤ ਗਿਆਨ, ਦਇਆ ਭੰਡਾਰਨ, ਘਟ ਘਟ ਵਾਜੇ ਨਾਦ। ਜੋਗੀ ਹੁਣ ਕੀ ਕਰਦੇ ਸੀ? ਬੜੀ ਉਹਨਾਂ ਦੀ ਸਖਤ ਘਾਲਣਾ ਹੁੰਦੀ ਸੀ। ਕਈ ਤਰੀਕਿਆਂ ਦੇ ਨਾਲ ਉਹਨਾਂ ਨੇ
ਭਗਤੀ ਕਰਨੀ, ਖੜੇ ਹੋ ਕੇ ਇੱਕ ਪੈਰ ਤੇ ਖੜੇ ਹੋ ਕੇ ਆਪਣੇ ਜਿਹੜੇ ਵਾਲ ਨੇ ਉਹ ਦਰਖਤਾਂ ਨਾਲ ਬੰਨ੍ਹ ਕੇ ਖੇਚਲ ਦੇ ਕੇ, ਸਰੀਰ ਨੂੰ ਖੇਚਲ ਦੇ ਕੇ, ਤੇ ਉਹ ਸ਼ਾਮ ਨੂੰ ਇੰਨਾ ਖੱਜਲ ਹੋ ਕੇ ਥੱਕ ਜਾਂਦੇ ਸੀ, ਬਹਿ ਜਾਂਦੇ ਸੀ। ਔਰ ਜਦੋਂ ਫਿਰ ਉਹ ਇਹ ਬੈਠਦੇ ਸੀ ਗਰੁੱਪ ਦੇ ਰੂਪ ਵਿੱਚ, ਉੱਥੇ ਫਿਰ ਉਹ ਜੋ ਉਹਨਾਂ ਦਾ ਖਾਣਾ ਸੀ, ਮਾਸ ਮੱਛੀ, ਤੇ ਉਹ दारू ਵੀ ਪੀਂਦੇ ਸੀ, ਮਦਰਾ। ਉਹਨੂੰ ਕਹਿੰਦੇ ਸੀ ਭੁਗਤ ਪਿਆਲਾ। ਅੱਜ ਕੱਲ दारू ਪਿਆਲਾ ਕਹਿ ਦਿੰਦੇ ਆ, ਗਲਾਸੀ ਕਹਿ ਦਿੰਦੇ ਆ। ਸਾਡੇ ਨਾਲ ਦੇ ਆਪਣੇ ਹੀ ਸਾਥੀ ਜਿਹੜੇ ਇਹਨਾਂ ਕੰਮਾਂ 'ਚ ਨੇ, ਉਹ ਜਦੋਂ ਗੱਲਾਂ ਬਾਤਾਂ ਕਰਦੇ, ਉਹਨਾਂ ਨੂੰ ਕਹਿਣਾ ਕਿਤੇ ਸ਼ਾਮ ਦਾ ਅੱਜ ਵੀ ਦੀਵਾਨ ਆ ਗੁਰਦੁਆਰੇ, ਫਲਾਣਾ ਕਥਾਵਾਚਕ ਆ ਰਿਹਾ, ਕਹਿੰਦੇ ਨਹੀਂ ਯਾਰ ਅੱਜ ਤੇ ਮੈਂ ਪਾਰਟੀ ਰੱਖੀ ਹੈ, ਆਪਣੇ ਫਲਾਣੇ ਦੋਸਤ ਦੇ ਘਰ ਜਾਣਾ, दारू ਪਿਆਲੇ ਤੇ। ਜੋਗੀ ਹੁਣ ਇੰਨੀ ਮਿਹਨਤ ਕਰਕੇ ਖੱਜਲ ਹੋ ਕੇ ਸ਼ਾਮ ਨੂੰ ਬਹਿਣਾ ਉਹਨਾਂ ਨੇ, ਤੇ ਬੈਠ ਕੇ ਆਪਣਾ ਖਾਣਾ ਦਾਣਾ ਖਾਣਾ, ਤੇ ਨਾਲ ਫਿਰ ਉਹ ਭੁਗਤ ਪਿਆਲਾ, ਇਹ ਫਿਰ ਨਸ਼ੇ ਦਾ ਸੇਵਨ ਕਰਦੇ ਸੀ। ਬਾਬਾ ਨਾਨਕ ਹੁਣ ਕੀ ਕਹਿੰਦੇ ਆ? ਕਹਿੰਦੇ ਗਿਆਨ ਪਦਾਰਥ ਦੇ ਰਾਹ ਤੇ ਤੁਰਨਾ ਹੀ ਤੇਰਾ ਭਗਤ ਪਿਆਲਾ ਹੈ। ਵਿਵੇਕ ਬੁੱਧੀ ਨਾਲ ਗਿਆਨ ਪਦਾਰਥ ਹਾਸਲ ਕਰਨਾ ਹੀ ਸਾਡਾ ਭੁਗਤ ਪਿਆਲਾ ਹੈ। ਦਇਆ ਭੰਡਾਰਨ। ਹੁਣ ਜਦੋਂ ਉਹ ਭੁਗਤ ਪਿਆਲਾ ਚੱਲਦਾ ਸੀ, ਉਹਦੇ ਚ ਇੱਕ ਹੁੰਦਾ ਸੀ ਜਿਹੜਾ ਸਾਰਿਆਂ ਨੂੰ ਵਰਤਾਉਂਦਾ ਸੀ, ਪੈਗ ਬਣਾ ਬਣਾ ਕੇ ਦਿੰਦਾ ਸੀ। ਉਹਨੂੰ ਕਹਿੰਦੇ ਸੀ ਸਾਕੀ। ਸਾਕੀ ਇਹ ਬੜਾ ਗਾਣਿਆਂ ਗੂਣਿਆਂ ਚ ਵੀ ਬਹੁਤ ਲਫ਼ਜ਼ ਯੂਜ਼ ਕੀਤਾ ਹੈ, ਸਾਕੀ। ਕਹਿੰਦੇ ਦਿਆਲੂ ਹੋਣਾ ਹੀ ਤੇਰਾ ਸਾਕੀ ਹੋਣਾ ਹੈ। ਜਦੋਂ ਇਹ ਭੁਗਤ ਪਿਆਲਾ, दारू ਪਿਆਲਾ ਚੱਲਦਾ ਸੀ, ਤੇ ਉਹ ਜਿਹੜਾ ਵਰਤਾਵਾ ਹੁੰਦਾ ਸੀ ਉਹ ਵਰਤਾਉਣ ਵਾਲਾ, ਉਹਨੂੰ ਸਾਕੀ ਕਹਿੰਦੇ ਸੀ। ਦਇਆ ਭੰਡਾਰਨ, ਕਹਿੰਦੇ ਦਿਆਲ ਹੋਣਾ ਹੀ ਤੇਰਾ ਸਾਕੀ ਹੋਣਾ ਹੈ। ਘਟ ਘਟ ਵਾਜੇ ਨਾਦ। ਹੁਣ ਜਿਹੜੇ ਗਿਆਨ ਪਦਾਰਥ ਦਾ ਭੁਗਤ ਪਿਆਲਾ ਛਕਦੇ ਹੈ, ਗਿਆਨ ਪਦਾਰਥ ਦਾ ਵਿਵੇਕ ਬੁੱਧੀ ਦੇ ਨਾਲ ਗਿਆਨ ਪਦਾਰਥ ਨੂੰ ਹਾਸਲ ਕਰਦੇ ਹੈ, ਜਿਹੜੇ ਬੜੇ ਦਿਆਲੂ ਨੇ ਔਰ ਦਇਆ ਹੀ ਵੰਡਦੇ ਹੈ, ਦਇਆ ਹੀ ਵਰਤਾਉਂਦੇ ਹੈ। ਕਹਿੰਦੇ ਐਸ ਅਵਸਥਾ ਵਾਲੇ ਸਾਰੇ ਸਰੀਰਾਂ ਅੰਦਰ ਸ਼ਬਦ ਦੀ ਧੁਨ ਵੱਜਦੀ ਹੈ। ਜੇਕਰ ਇਹ ਸਾਰੀਆਂ ਗੱਲਾਂ, ਅਵਸਥਾਵਾਂ ਜਿਹੜੇ ਉੱਤੇ ਲਫ਼ਜ਼ ਆਏ ਨੇ, ਸਿੰਬਲੀ ਦੇ ਦੇ ਕੇ ਸਮਝਾਏ ਨੇ, ਧਾਰਨ ਕਰ ਚੁੱਕੇ ਨੇ, ਐਸੇ ਸਰੀਰ ਦੇ ਅੰਦਰ ਸ਼ਬਦ ਦੀ ਧੁਨ ਵੱਜਦੀ ਹੈ। ਘਟ ਘਟ ਵਾਜੇ ਨਾਦ। ਆਪ ਨਾਥ ਨਾਥੀ ਸਭ ਜਾਕੀ, ਰਿੱਧ ਸਿੱਧ ਅਵਰਾ ਸਾਧ। ਨਾਥ ਹੁੰਦਾ ਮਾਲਕ, ਕੰਟਰੋਲਰ। ਕਹਿੰਦੇ ਕਰਤਾ ਪੁਰਖ ਆਪ ਹੀ ਕੰਟਰੋਲਰ ਹੈ, ਸਾਰੇ ਹੀ ਉਸ ਦੇ ਕੰਟਰੋਲ ਵਿੱਚ ਨੇ। ਆਪ ਨਾਥ ਨਾਥੀ ਸਭ ਜਾਕੀ, ਕਰਤਾ ਪੁਰਖ ਆਪ ਹੀ ਕੰਟਰੋਲਰ ਹੈ, ਔਰ ਸਾਰੇ ਉਸ ਦੇ ਕੰਟਰੋਲ ਦੇ ਵਿੱਚ ਨੇ। ਪਰ ਰਿੱਧ ਸਿੱਧ ਅਵਰਾ ਸਾਧ, ਰਿੱਧੀਆਂ ਸਿੱਧੀਆਂ ਦੇ ਨਾਲ
करामातां करनियां या रिद्धियां सिद्धियां हासिल करके दुनिया ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ। ਕਹਿੰਦੇ ਰਿੱਧ ਸਿੱਧ ਧ੍ਰਿਗ ਕਰਾਮਾਤ। ਕਹਿੰਦੇ 100 ਵਾਰੀ ਫਿੱਟੇ ਮੂੰਹ ਐ ਐਸੇ ਰਿੱਧੀਆਂ ਸਿੱਧੀਆਂ ਹਾਸਲ ਕਰਨ ਵਾਲੇ ਦੇ। ਉਹ ਜਿਹੜਾ ਕਰਤੇ ਪੁਰਖ ਦੀ ਰੀਸ ਕਰਦਾ ਹੈ, ਕੰਟਰੋਲਰ ਬਣਨ ਦੀ ਕੋਸ਼ਿਸ਼ ਕਰਦਾ ਹੈ, ਦੁਨੀਆ ਨੂੰ ਆਪਣੇ ਢੰਗ ਦੇ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਜੇ ਕਮਾਈ ਨੂੰ ਐਸ ਪਾਸੇ ਲਾਉਣ ਦੀ ਕੋਸ਼ਿਸ਼ ਕਰਦਾ ਤੇ ਕਹਿੰਦੇ ਉਹ ਅਵਰਾ ਸਾਧ ਹੈ, ਉਹ ਭਗਤ ਦਾ ਕੰਮ ਨਹੀਂ ਹੈ। ਕਿਉਂ? ਕਿਉਂਕਿ ਕਰਤਾ ਪੁਰਖ ਹੀ ਕੰਟਰੋਲਰ ਹੈ, ਉਸ ਦੇ ਕੰਟਰੋਲ ਵਿੱਚ ਹੀ ਸਾਰੇ ਨੇ। ਇਸ ਕਰਕੇ ਰਿੱਧੀਆਂ ਸਿੱਧੀਆਂ ਹੋਛੇ ਚਸਕੇ ਨੇ, ਹੋਛੇ ਚਸਕੇ ਸਵਾਦ। ਰਿੱਧੀ ਨਾ ਰਿੱਧ ਸਿੱਧ ਧ੍ਰਿਗ ਕਰਾਮਾਤ। ਧ੍ਰਿਗ ਕਹਿੰਦੇ 100 ਵਾਰੀ ਫਿੱਟੇ ਮੂੰਹ ਨੂੰ। ਕਹਿੰਦੇ ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਲੇਖੇ ਆਵੇ ਭਾਗ। ਹੁਣ ਕਰਤੇ ਪੁਰਖ ਨੂੰ ਮਿਲਣ ਦਾ ਵਸੀਲਾ ਗੁਰਪ੍ਰਸਾਦ ਹੀ ਬਣਦਾ ਹੈ। ਵਿਜੋਗ ਮਾਇਆ ਹੀ ਪ੍ਰਭੂ ਵਿਛੋੜੇ ਦਾ ਕਾਰਨ ਬਣਦੀ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਉਹ ਜਿਹੜਾ ਕੰਟਰੋਲਰ ਹੈ, ਇਹ ਸਾਰਾ ਉਹ ਕੰਟਰੋਲ ਉਸ ਇੱਕ ਕਰਤੇ ਪੁਰਖ ਦਾ ਹੈ। ਸੰਜੋਗ ਹੋਣਾ, ਅਕਾਲ ਪੁਰਖ ਨਾਲ ਮਿਲਾਪ ਹੋਣਾ, ਕੇਵਲ ਤੇ ਕੇਵਲ ਉਸ ਦੇ ਗੁਰਪ੍ਰਸਾਦ ਦੇ ਜ਼ਰੀਏ। ਵਿਜੋਗ ਵਿਛੜਨਾ, ਮਾਇਆ ਹੀ ਪ੍ਰਭੂ ਵਿਛੋੜੇ ਦਾ ਕਾਰਨ ਬਣਦੀ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਅਤੇ ਇਹੋ ਹੀ ਸ੍ਰਿਸ਼ਟੀ ਦੀ ਪ੍ਰਕਿਰਿਆ ਹੈ। ਇਹੋ ਹੀ ਸ੍ਰਿਸ਼ਟੀ ਦੀ ਪ੍ਰਕਿਰਿਆ ਹੈ। ਭੁਗਤ ਪਿਆਲਾ ਕੀ ਹੈ? ਹੁਣ ਨਸ਼ਾ ਕੀ ਹੈ? ਗਿਆਨ ਪਦਾਰਥ। ਸਾਕੀ ਕਿਸ ਤਰ੍ਹਾਂ ਬਣਨਾ ਹੈ? ਉਸ ਗਿਆਨ ਨੂੰ ਵੰਡਣਾ। ਤੇ ਇਹ ਅਵਸਥਾ ਦੇ ਜਿਹੜੇ ਮਾਲਕ ਬਣ ਜਾਂਦੇ ਆ, ਉਹਨਾਂ ਦੇ ਅੰਦਰ ਉਸ ਇੱਕ ਕਰਤੇ ਪੁਰਖ ਦੇ ਸ਼ਬਦ ਦੀ ਧੁਨੀ ਵੱਜਦੀ ਹੈ। ਆਪ ਨਾਥ ਨਾਥੀ ਸਭ ਜਾਕੀ। ਇੱਕ ਕਰਤਾ ਪੁਰਖ ਹੀ ਕੰਟਰੋਲ ਕਰਨ ਵਾਲਾ ਹੈ। ਉਸ ਦੇ ਕੰਟਰੋਲ ਵਿੱਚ ਹੀ ਅਸੀਂ ਸਾਰੇ ਹਾਂ। ਪਰ ਜੋ ਰਿੱਧੀਆਂ ਸਿੱਧੀਆਂ ਦੇ ਜ਼ਰੀਏ ਆਪ ਇਹ ਕੰਮ ਕਰਨ ਦੀ ਕੋਸ਼ਿਸ਼ ਕਰਦੇ ਐ, ਕਹਿੰਦੇ ਐ ਇਹ ਹੋਛੇ ਚਸਕੇ ਨੇ, ਹੋਛੇ ਚਸਕੇ, ਹੋਛੇ ਸਵਾਦ ਨੇ। ਸੰਜੋਗ ਗੁਰਪ੍ਰਸਾਦ ਹੀ ਰੱਬ ਨੂੰ ਮਿਲਣ ਦਾ ਵਸੀਲਾ ਬਣਦਾ ਹੈ। ਵਿਜੋਗ ਮਾਇਆ ਹੀ ਪ੍ਰਭੂ ਵਿਛੋੜੇ ਦਾ ਕਾਰਨ ਬਣਦੀ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਲੇਖੇ ਆਵੇ ਭਾਗ। ਅਤੇ ਇਹੋ ਹੀ ਸ੍ਰਿਸ਼ਟੀ ਦੀ ਪ੍ਰਕਿਰਿਆ ਹੈ। ਆਦੇਸ਼ ਤਿਸੈ ਆਦੇਸ਼, ਉਸ ਇੱਕ ਅਕਾਲ ਪੁਰਖ ਨੂੰ ਹੀ ਨਮਸਕਾਰ ਹੈ ਤੇ ਉਸ ਇੱਕ ਕਰਤੇ ਪੁਰਖ ਦੀ ਹੀ ਇਬਾਦਤ ਕਰਨੀ ਹੈ, ਹੋਰ ਕਿਸੇ ਦੀ ਨਹੀਂ। ਕਿਹੜੇ ਕਰਤੇ ਪੁਰਖ ਦੀ? ਜੋ ਆਦਿ ਤੋਂ ਹੈ, ਜਿਹਨੂੰ ਗਿਣਿਆ ਨਹੀਂ ਜਾ ਸਕਦਾ,
जो आद रहत है, जिस दे आद ਦਾ ਕੋਈ ਪਤਾ ਨਹੀਂ ਹੈ, ਜਿਸ ਨੂੰ ਨਾਸ ਨਹੀਂ ਕੀਤਾ ਜਾ ਸਕਦਾ ਅਤੇ ਜੋ ਨਿਰੰਤਰ ਚੱਲ ਰਿਹਾ ਹੋਵੇ, ਅਬਨਾਸੀ ਹੋਵੇ। ਆਦੇਸ਼ ਤਿਸੈ ਆਦੇਸ਼, ਆਦ ਅਨੀਲ, ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇਹ ਹੋ ਗਿਆ ਜੀ ਪਦਾ ਨੰਬਰ 29। ਅੱਗੇ ਚਲਿਏ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਇੱਥੇ ਹੁਣ ਬੜੀ ਇੰਪੋਰਟੈਂਟ ਗੱਲ ਹੋਣੀ ਹੈ, ਬਹੁਤ ਮਹੱਤਵਪੂਰਨ, ਬੜੀ ਇਹਦੇ ਤੇ ਮਿਹਨਤ ਹੈ। ਇਹ ਚੀਜ਼ ਖੋਜ ਦਾ ਵਿਸ਼ਾ ਹੈ, ਖੋਜ ਮੰਗਦੀ ਹੈ। ਐਵੇਂ ਕਿਤਾਬਾਂ ਪੜ੍ਹ ਕੇ ਗੱਲਾਂ ਯਾਦ ਕਰ ਕਰਕੇ ਆਪਣੀ ਜਾਣਕਾਰੀ ਦਾ ਪ੍ਰਦਰਸ਼ਨ ਜਿਹੜੇ ਲੋਕ ਕਰਦੇ ਆ, ਉਹ ਦੂਜਿਆਂ ਦਾ ਵੀ ਬੇੜਾ ਬਿਠਾ ਦਿੰਦੇ ਆ। ਔਰ ਸਾਡਾ ਬੈਠਾ, ਜਿਸ ਨੇ ਇੱਕ ਗੱਲ ਕਹਿ ਦਿੱਤੀ, ਉਹ ਕੋਈ ਪੱਥਰ ਦੀ ਲਕੀਰ ਨਹੀਂ ਹੁੰਦੀ ਕਿ ਇਹ ਗੱਲ ਇਸੇ ਤਰ੍ਹਾਂ ਹੀ ਮੰਨਣੀ ਆ। ਹਰ ਚੀਜ਼ ਦੇ ਵਿੱਚ, ਟੈਕਨੋਲੋਜੀ ਦੇ ਵਿੱਚ, ਕੰਸਟਰਕਸ਼ਨ ਦੇ ਵਿੱਚ, ਕੰਮ ਕਰਨ ਦੇ ਤਰੀਕੇ ਦੇ ਵਿੱਚ, ਜਿਹਨੂੰ ਆਪਾਂ ਐਡਮਿਨਿਸਟ੍ਰੇਟਿਵ ਜੌਬਸ ਕਹਿ ਦਿੰਦੇ ਆ, ਉਹਨਾਂ ਵਿੱਚ ਸਮੇਂ ਦੇ ਨਾਲ ਨਾਲ ਤਬਦੀਲੀਆਂ ਆਉਂਦੀਆਂ ਨੇ। ਖੋਜ ਹੁੰਦੀ ਹੈ, ਖੋਜ ਕਰ ਕਰਕੇ ਹੀ ਫਿਰ ਕਿਸੇ ਨਤੀਜੇ ਤੇ ਪਹੁੰਚਦੇ ਆ ਵੀ ਨਹੀਂ, ਇਹ ਫਾਰਮੂਲਾ ਏਦਾਂ ਆਪਾਂ ਲਾਵਾਂਗੇ ਤੇ ਸਾਡੀ ਜਿਹੜੀ ਆਊਟਪੁੱਟ ਹੈ ਉਹ ਜ਼ਿਆਦਾ ਨਿਕਲੇਗੀ। ਇਸ ਚੀਜ਼ ਨੂੰ ਹੁਣ ਬੜੇ ਧਿਆਨ ਨਾਲ ਸੁਣਨਾ, ਔਰ ਸਪੈਸ਼ਲ 30 ਨੰਬਰ ਪਦਾ, ਇਹਦੀ ਖੋਜ ਸਾਰਿਆਂ ਨੇ ਕਰਨੀ ਹੈ। ਆਪਾਂ ਸਾਰੇ ਸਹਿਪਾਠੀ ਹਾਂ, ਸਗਲ ਜਮਾਤੀ ਹਾਂ। ਨਾ ਮੈਂ ਕੋਈ ਸੰਤ ਆ, ਨਾ ਮੈਂ ਕੋਈ ਬਹੁਤ ਵੱਡਾ ਪ੍ਰੋਫੈਸਰ ਆ, ਨਾ ਕੋਈ ਖੋਜੀ ਆ, ਨਾ ਕੁਛ ਵੀ ਨਹੀਂ। ਮੈਂ ਸਿਰਫ ਬਾਣੀ ਪੜ੍ਹਦੇ ਆ, ਔਰ ਬਾਣੀ ਦੀ ਸ਼ਬਦਾਂ ਦੇ ਲਿਹਾਜ਼ ਨਾਲ, ਸ਼ਬਦਾਂ ਦੀ ਬਣਤਰ ਦੇ ਨਾਲ, ਵਿੱਚੋਂ ਹੀ ਆਪਾਂ ਬਾਣੀ ਦੇ ਇਹ ਗਿਆਨ ਹਾਸਲ ਕਰਦੇ ਆ। ਸੋ ਇੱਕ ਬੇਨਤੀ ਹੈ, ਬੜੇ ਪਿਆਰ ਸਤਿਕਾਰ ਦੇ ਨਾਲ ਇਹ ਚੀਜ਼ ਸੁਣਨੀ ਹੈ ਔਰ ਹਿਰਦਾ ਵੱਡਾ ਰੱਖਣਾ। ਇੱਕਦਮ ਕਿਸੇ ਡਿਸੀਜਨ ਤੇ ਨਹੀਂ ਪਹੁੰਚਣਾ। ਅਸੀਂ ਆਪ ਸਮਾਂ ਲਾਇਆ ਇਸ ਤੇ ਬਹੁਤ ਜ਼ਿਆਦਾ, ਔਰ ਬੇਨਤੀ ਹੈ ਕਿ ਤੁਸੀਂ ਵੀ ਸਮਾਂ ਲਾਇਓ, ਵਿਚਾਰ ਕਰਿਓ। ਇੱਕਦਮ ਨਹੀਂ ਇਹਨੂੰ ਮੰਨ ਲੈਣਾ ਕਿ ਇਸ ਤਰ੍ਹਾਂ ਠੀਕ ਹੈ, ਜੋ ਪਾਰਦੀਪ ਕਹਿ ਰਿਹਾ ਇਹ ਠੀਕ ਹੈ। ਨਾ, ਆਪਣੀ ਖੋਜ ਆਪ ਕਰਨੀ ਹੈ, ਐਨਾਲਿਸਿਸ ਕਰਨਾ ਹੈ। ਸਾਡੇ ਕੋਲ ਬਹੁਤ ਸਾਰੇ ਟੀਕੇ ਪਏ ਨੇ ਐਨਾਲਿਸਿਸ ਕਰਨ ਵਾਸਤੇ। ਆਪਾਂ ਵੀ ਆ ਮਿਹਨਤ ਕਰ ਰਹੇ ਹਾਂ, ਇੱਥੇ ਸਮਾਂ ਕੱਢ ਕੇ ਬਾਣੀ ਨਾਲ ਸਾਂਝ ਪਾ ਰਹੇ ਹਾਂ, ਰਿਕਾਰਡ ਕਰ ਰਹੇ ਹਾਂ। ਰਿਕਾਰਡ ਕਰਕੇ ਫੇਰ ਸਾਰਿਆਂ ਨਾਲ ਸਾਂਝ ਪਾਈਦੀ ਹੈ ਕਿ ਭਾਈ ਸੁਣ ਲਓ, ਜੇ ਕੋਈ ਸਵਾਲ ਹੋਵੇ, ਜੇ ਕੋਈ ਗੱਲ ਨਾ ਪਤਾ ਲੱਗੀ ਹੋਏ, ਕਿਉਂਕਿ ਸਾਡਾ ਮੋਸਟਲੀ ਜਿਹੜਾ ਪ੍ਰਚਾਰ ਹੋ ਰਿਹਾ ਹੈ ਉਹ ਇੱਕ ਪਾਸੇ ਹੋ ਰਿਹਾ। ਕੋਈ ਵਿਚਾਰਵਾਨ ਬੰਦਾ ਆਉਂਦਾ ਹੈ, ਆਪਣੀ ਗੱਲ ਰੱਖ ਕੇ ਚਲਾ ਜਾਂਦਾ, ਕੱਲ ਨੂੰ ਕੋਈ ਦੂਸਰਾ ਆਉਂਦਾ ਹੈ, ਉਸੇ ਵਿਸ਼ੇ ਤੇ ਉਹ ਵੱਖਰੀ ਗੱਲ ਕਰਕੇ ਚਲਾ ਜਾਂਦਾ। ਕੋਈ ਸਵਾਲ ਨਹੀਂ। ਸੰਗਤ ਜਿਹੜੀ ਆ ਆਮ, ਉਹ ਕਨਫਿਊਜ਼ ਹੋਏ ਫਿਰਦੇ ਨੇ, ਉਹ ਕਨਫਿਊਜ਼ ਹੋਏ ਫਿਰਦੇ ਨੇ, ਪਤਾ ਨਹੀਂ ਲੱਗਦਾ ਵੀ ਇਹ ਗੱਲ ਕੀ ਹੈ। ਹਾਂ, ਕਿਉਂਕਿ ਆਪਾਂ ਆਪ ਨਹੀਂ ਸਮਾਂ ਦਿੰਦੇ ਬਾਣੀ ਨੂੰ। ਬਸ ਇਹੋ ਹੈ, ਇਹੋ ਇੱਕੋ ਗੱਲ ਹੈ ਕਿ ਆਪ ਸਮਾਂ ਦਿਓ, ਪੜ੍ਹੋ, ਔਰ ਜਿੱਥੇ ਕਿਤੇ ਸਵਾਲ ਕਰਨ ਦਾ ਮੌਕਾ ਲੱਗਦਾ ਉੱਥੇ ਸਵਾਲ ਜ਼ਰੂਰ ਕਰੋ। ਆਓ ਜੀ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਇੱਕ ਮਾਇਆ ਆਪਣੇ ਤਰੀਕੇ ਦੇ ਨਾਲ ਸੰਸਾਰ ਵਿੱਚ ਵਰਤ ਰਹੀ ਹੈ, ਪਰ
ਅਕਾਲ ਪੁਰਖ ਨੂੰ ਆਪਣੇ ਭਗਤ ਹੀ ਪ੍ਰਵਾਨ ਨੇ। ਅਕਾਲ ਪੁਰਖ ਨੂੰ ਆਪਣੇ ਭਗਤ ਹੀ ਪ੍ਰਵਾਨ ਨੇ। ਚੇਲੇ, ਜਿਹੜਾ ਚੇਲਾ ਉਹ ਹੁੰਦਾ ਹੈ ਜਿਹੜਾ ਗੁਰੂ ਦੇ ਪੈਰ ਤੇ ਪੈਰ ਰੱਖੇ, ਗੁਰੂ ਦਾ ਕਿਹਾ ਮੰਨ ਕੇ ਉਸ ਤਰ੍ਹਾਂ ਦਾ ਆਪਣਾ ਜੀਵਨ ਗੁਜ਼ਾਰੇ। ਹੋਰ ਕਿਸੇ ਬੰਨੇ ਧਿਆਨ ਨਹੀਂ ਦੇਣਾ, ਕੇਵਲ ਇਸ ਗੱਲ ਤੇ ਆ ਜਾਓ। ਅੱਜ 5 ਮਿੰਟ ਦੇ ਦਿਓ ਮੈਨੂੰ, ਆ 30 ਨੰਬਰ ਪਤੇ ਦੇ, ਪੂਰੀ ਕੰਸੈਂਟਰੇਸ਼ਨ ਦੇ ਨਾਲ। ਏਕਾ ਮਾਈ ਮਾਇਆ, ਜੁਗਤ ਵਿਆਈ, ਜੁਗਤ ਆਪਣੀ ਮਰਿਆਦਾ ਦੇ ਨਾਲ, ਆਪਣੇ ਤਰੀਕੇ ਦੇ ਨਾਲ। ਇੱਕ ਮਾਇਆ ਹੈ, ਆਪਣੇ ਤਰੀਕੇ ਦੇ ਨਾਲ ਸੰਸਾਰ ਵਿੱਚ ਵਰਤ ਰਹੀ ਹੈ, ਪਰ ਅਕਾਲ ਪੁਰਖ ਨੂੰ ਆਪਣੇ ਭਗਤ ਹੀ ਪ੍ਰਵਾਨ ਨੇ, ਜਿਹੜੇ ਉਸ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਰਹਿੰਦੇ ਹੈ, ਪ੍ਰਤੀਤ ਦੇ ਵਿੱਚ ਰਹਿੰਦੇ ਹੈ, ਭਰੋਸੇ ਦੇ ਵਿੱਚ ਰਹਿੰਦੇ ਹੈ, ਇੱਕ ਅਕਾਲ ਪੁਰਖ ਨੂੰ ਮੰਨਦੇ ਹੈ, ਇੱਕ ਅਕਾਲ ਪੁਰਖ ਨੂੰ ਧਿਆਉਂਦੇ ਨੇ। ਇੱਕ ਕੱਕੇ ਨੂੰ ਔਂਕੜ, ਇੱਕ ਸੰਸਾਰੀ, ਇੱਕ ਫੇਰ ਕੱਕੇ ਨੂੰ ਔਂਕੜ, ਇੱਕ ਭੰਡਾਰੀ, ਇੱਕ ਫੇਰ ਕੱਕੇ ਨੂੰ ਔਂਕੜ, ਇੱਕ ਲਾਏ ਦੀਵਾਨ। ਇੱਕੋ ਅਕਾਲ ਪੁਰਖ ਹੀ ਰਚਨਾ ਕਰਨ ਵਾਲਾ ਹੈ, ਇੱਕੋ ਅਕਾਲ ਪੁਰਖ ਹੀ ਰਿਜ਼ਕ ਦਾ ਦਾਤਾ ਹੈ, ਇੱਕੋ ਅਕਾਲ ਪੁਰਖ ਹੀ ਸਾਰੀ ਦੁਨੀਆ ਦੀ ਪ੍ਰਕਿਰਿਆ ਦਾ ਬੰਦੋਬਸਤ ਕਰਦਾ ਹੈ, ਇੱਕੋ ਅਕਾਲ ਪੁਰਖ ਹੀ ਤਖਤ ਦਾ ਮਾਲਕ ਹੈ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇੱਕੋ ਜਿਹੜਾ ਉਹ ਦੀਵਾਨ ਹੈ, ਜਿੱਥੇ ਲੇਖਾ ਜੋਖਾ ਕਰਦਾ ਸਾਰਾ, ਉਹ ਇੱਕੋ ਹੀ ਤਖਤ ਦਾ ਮਾਲਕ ਹੈ, ਉਹ ਹੈ ਅਕਾਲ ਪੁਰਖ, ਕੇਵਲ ਤੇ ਕੇਵਲ ਅਕਾਲ ਪੁਰਖ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਹੁਣ ਇਹ ਐਨਾਲਿਸਿਸ ਕਰ ਲਓ, ਦੇਖ ਲਓ, ਮੀਨਿੰਗ ਪੜ੍ਹ ਕੇ। ਮੈਂ ਬਹੁਤੀ ਤਵੱਜੋ ਅੱਜ ਕੱਲ ਨਹੀਂ ਦੇ ਰਿਹਾ, ਮੈਂ ਸਿਰਫ ਗੁਰਬਾਣੀ ਦੇ ਉੱਤੇ ਚੱਲ ਰਿਹਾ, ਖੋਜ ਕਰ ਰਿਹਾ, ਰਿਲੇਟਡ ਸ਼ਬਦ ਲੈ ਕੇ ਉਹਨਾਂ ਦਾ ਵਿਚਾਰ ਕਰ ਰਿਹਾ। ਹੁਣ ਇਹ ਤਿੰਨ ਜਿਹੜੇ ਆਏ ਹੈ, ਇਹ ਗਿਣਤੀ ਦਾ ਲਫ਼ਜ਼ ਹੀ ਨਹੀਂ ਹੈ। ਏਕਾ ਮਾਈ, ਜੁਗਤ ਵਿਆਈ, ਤਿੰਨ ਚੇਲੇ, ਇਹ 3 ਨੰਬਰ ਨਹੀਂ ਹੈ। ਤਿਨੇ ਨੰਨੇ ਨੂੰ ਸਿਆਰੀ, ਮਤਲਬ ਰੱਬ ਨੂੰ ਤਿਨੇ ਕਰਤਾ ਇੱਕ ਖੇਲ ਰਚਾਇਆ। ਇੱਕ ਮਿੰਟ ਰੁਕੋ ਜੀ, ਕੋਈ ਮੁਗਾਲਤਾ ਨਾ ਰਹਿ ਜੇ, ਆਪਾਂ ਸ਼ਬਦ ਸ਼ੇਅਰ ਕਰੀਏ। ਇਹਦੇ ਵੱਲ ਦੁਬਾਰਾ ਆਉਣੇ ਆ। ਇਸ ਲਫ਼ਜ਼ ਨੂੰ ਮੈਨੂੰ ਯਾਦ ਆ ਗਿਆ, ਇਹ ਲਫ਼ਜ਼ ਥੋੜਾ ਜਿਹਾ ਘੋਖੀ ਹੈ। 1 ਸੈਕਿੰਡ ਦਿਓ। ਤਿਨੇ ਕਰਤੇ ਇੱਕ ਖੇਲ, ਆ ਲਓ, ਆ ਦੇਖੋ ਸਪੈਲਿੰਗ। 3 ਮਤਲਬ ਉਸ ਰੱਬ ਨੇ ਕਰਤਾ, 2 ਲਾਵਾਂ ਆ ਗਈਆਂ, ਸਿੱਧਾ ਰਿਲੇਟਡ ਉਸ ਅਕਾਲ ਪੁਰਖ ਦੇ ਨਾਲ ਹੈ ਲਫ਼ਜ਼। ਤਿੰਨੇ ਕਰਤੇ ਇੱਕ ਖੇਲ ਰਚਾਇਆ, ਕਾਇਆ ਸਰੀਰੈ ਵਿੱਚ ਸਭ ਕਿਛ ਪਾਇਆ। ਡਿਕਸ਼ਨਰੀ ਵੱਡੀ ਤੋਂ ਵੱਡੀ ਵੀ ਐਸ ਸਰੀਰ ਦੇ ਅੰਦਰ ਹੈ, ਵੱਡੇ ਤੋਂ ਵੱਡਾ ਗਿਆਨ ਵੀ ਐਸ ਸਰੀਰ ਦੇ ਅੰਦਰ ਹੈ, ਅਕਾਲ ਪੁਰਖ ਵੀ ਇਸ ਸਰੀਰ ਦੇ ਅੰਦਰ ਹੈ, ਸ਼ਬਦ ਰੂਪੀ ਜੋਤ ਵੀ ਇਸ ਸਰੀਰ ਦੇ ਅੰਦਰ ਹੈ। ਤਿੰਨੇ ਕਰਤੇ, ਉਸ ਕਰਤੇ ਪੁਰਖ ਨੇ ਸਿਸਟਮ ਹੀ ਏਦਾਂ ਦਾ ਬਣਾਇਆ। ਹੋਰ ਥੋੜਾ ਜਿਹਾ ਅਗਾਂਹ ਚੱਲੀਏ, ਇਸ ਲਫ਼ਜ਼ ਦੀ ਹੋਰ ਖੋਜ ਕਰੀਏ। ਜੰਮਣ ਮਰਨਾ ਆਖੀਐ ਤਿਨ ਕਰਤੇ ਕੀਆ। ਜੰਮਣ ਮਰਨਾ ਆਖੀਐ ਤਿਨੇ ਕਰਤੈ ਕੀਆ। ਇਹ ਜਿਹੜੇ ਬਾਰ-ਬਾਰ ਅਸੀਂ ਫਾਰਮੂਲੇ ਡਿਸਕਸ ਕਰਦੇ ਆ ਰਹੇ ਹਾਂ, ਜਿੱਥੇ 2 ਲਾਵਾਂ ਆ ਜਾਣ ਉਹ ਸਿੱਧਾ ਅਕਾਲ ਪੁਰਖ ਦੇ ਨਾਲ ਰਿਲੇਟਡ ਹੈ। ਜੰਮਣ ਮਰਨਾ ਆਖੀਐ ਤਿਨੈ ਕਰਤੈ ਕੀਆ, ਉਸ ਅਕਾਲ ਪੁਰਖ ਦਾ ਕੀਤਾ ਕਰਾਇਆ ਹੈ।
ਇਹਨੂੰ 3 ਨੰਬਰ ਕਿੱਦਾਂ ਸਮਝ ਲਾਂਗੇ? ਹੋਰ ਆ ਜਾਓ। 3 करते आप लुकाया। आ फिर 2 आ गईਆਂ ਲਾਵਾਂ। 3 ਉਸ ਰੱਬ ਦੇ ਵੱਲ, ਉਸ ਅਕਾਲ ਪੁਰਖ ਦੇ ਵੱਲ ਇਸ਼ਾਰਾ ਹੈ। ਤੂੰ ਸਭਨਾ ਮਾਹੇ ਸਮਾਇਆ, ਤਿਨੇ ਕਰਤੇ ਆਪ ਲੁਕਾਇਆ। ਨਾਨਕ ਗੁਰਮੁਖ ਪ੍ਰਗਟ ਹੋਆ, ਜਾ ਕੋ ਜੋਤ ਧਰੀ ਕਰਤਾਰ ਜੀਓ। ਕਿੱਥੇ ਲਾਓਗੇ 3 ਨੰਬਰ? ਕਿੱਦਾਂ ਮੀਨਿੰਗ ਕੱਢੋਗੇ ਵੀ 3 ਜਣੇ ਨੇ, ਇੱਕ ਸੰਸਾਰ ਚਲਾ ਰਿਹਾ, ਇੱਕ ਭੰਡਾਰ ਦੇ ਰਿਹਾ, ਇੱਕ ਦੀਵਾਨ ਲਾ ਰਿਹਾ, ਕਿੱਦਾਂ ਨਿਕਲੂਗਾ ਇਹਦਾ ਮੀਨਿੰਗ ਭਾਈ? ਸਮੇਂ ਦੇ ਹਾਕਮਾਂ ਦੇ ਅਨੁਸਾਰ ਕਿ ਹਾਕਮ ਮੇਰਾ ਨੁਕਸਾਨ ਨਾ ਕਰ ਦੇਣ, ਅਰਥ ਕਰਨ ਵਾਲੇ ਨੇ ਉਹਨਾਂ ਦੀ ਸੋਚ ਦੇ ਅਨੁਸਾਰ ਅਰਥ ਕੀਤੇ ਹੈ। ਇਹ ਲਿਖਾ ਲਓ, ਲਿਖਾ ਕੇ ਲੈ ਲਓ ਮੇਰੇ ਤੋਂ। ਬਾਣੀ ਨੂੰ ਸਮਾਂ ਦਿਓ, ਆਪ ਖੋਜ ਕਰੋ, ਬਾਣੀ ਤੇ ਚੱਲਣ ਦੀ ਕੋਸ਼ਿਸ਼ ਕਰੋ, ਭਾਵੇਂ ਥੋੜੀ ਭਾਵੇਂ ਵੱਧ, ਪਰ ਸ਼ੁਰੂ ਕਰੋ। ਇਹ ਸਾਰਾ ਕੁਝ ਨਿਕਲ ਕੇ ਸਾਹਮਣੇ ਆ ਜਾਣਾ। ਹੋਰ ਕਈ ਐਗਜ਼ਾਮਪਲਸ ਨੇ, ਬਹੁਤ ਲਫ਼ਜ਼ ਇਹ ਵਰਤਿਆ ਗਿਆ ਹੈ। ਥਾਲੇ ਵਿੱਚ ਤੈ ਵਸਤੂ ਪਈਓ, ਹਰ ਭੋਜਨ ਅੰਮ੍ਰਿਤਸਾਰ, ਕੱਢ ਕੇ ਦੇਖ ਲਓ। 2 ਲਾਵਾਂ ਨੇ। ਜੋ ਤਿਨ ਕੀਆ ਸੋ ਸੱਚ ਥੀਆ, ਤਿਨੇ ਨੰਨੇ ਨੂੰ ਸਿਹਾਰੀ, ਤੱਤੇ ਨੂੰ ਸਿਹਾਰੀ, ਨੰਨੇ ਨੂੰ ਸਿਹਾਰੀ। ਜੋ ਤਿਨ ਕੀਆ ਸੋ ਸੱਚ ਥੀਆ, ਅਕਾਲ ਪੁਰਖ। ਤਿਨ ਕਰਤੇ ਇੱਕ ਚਲਤ ਉਪਾਇਆ, ਫਿਰ ਆ ਗਿਆ ਅਕਾਲ ਪੁਰਖ। ਅੰਗੀਕਾਰ ਕੀਆ ਤਿਨ ਕਰਤੇ, ਔਰ ਨੰਬਰ 3 ਕਿੱਥੋਂ ਆ ਗਿਆ? ਹਾਂਜੀ, ਅੱਗੇ ਲਿਖਿਆ ਇੱਕ ਸੰਸਾਰੀ, ਇੱਕ। ਉਹ ਕੱਕੇ ਨੂੰ ਔਂਕੜ ਤੇ ਦੇਖੋ, ਕਰਤੇ ਪੁਰਖ ਦੀ ਆਪਾਂ ਇੱਕ ਅਕਾਲ ਪੁਰਖ ਦੀ ਗੱਲ ਹੋ ਰਹੀ, ਸਾਰੀ ਗੁਰਬਾਣੀ 'ਚ ਇੱਕ ਨਾਮ ਜਪਣ ਦੀ ਗੱਲ ਹੋ ਰਹੀ ਹੈ। ਇਹ ਚੱਕ ਕੇ ਜੀ ਇੱਕ ਸ਼ਿਵਜੀ, ਬ੍ਰਹਮਾ, ਇੰਦਰ ਉੱਥੇ ਲਾਤਾ ਸਾਰਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹਦੀ ਖੋਜ ਆਪ ਵੀ ਕਰਨੀ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਇਹ ਜਿਹੜੀ ਐਡਮਿਨਿਸਟ੍ਰੇਸ਼ਨ ਹੈ, ਉਹ ਆਪ ਭਾਉਂਦੀ ਚਲਾਉਂਦਾ ਹੈ। ਕਦੇ ਸੁਨਾਮੀ ਆ ਜਾਂਦੀ ਹੈ, ਕਦੇ ਕੋਵਿਡ ਆ ਜਾਂਦਾ ਹੈ। ਇਹ ਕਰਤੇ ਪੁਰਖ ਦਾ ਭਾਣਾ। ਕਿਸੇ ਨੂੰ ਅਸੀਂ ਕੌਣ ਆ ਦੋਸ਼ ਦੇਣ ਵਾਲੇ ਕਿ ਫਲਾਣੇ ਨੇ ਕਰਤਾ ਜੀ, ਫਲਾਣੇ ਦੇ ਕਾਰਨ ਆ ਹੋ ਗਿਆ ਨਾ। ਇਹ ਜਿਵ ਤਿਸ ਭਾਵੈ ਤਿਵੈ ਚਲਾਵੈ। ਜਿਸ ਤਰ੍ਹਾਂ ਉਸ ਕਰਤੇ ਪੁਰਖ ਨੂੰ ਭਾਉਂਦਾ ਹੈ, ਉਹ ਚਲਾਉਂਦਾ ਹੈ। ਉਹ ਵੇਖੈ ਉਹਨਾਂ ਨਜ਼ਰ ਨਾ ਆਵੈ। ਉਹ ਕਰਤਾ ਪੁਰਖ ਪਲ ਪਲ ਸਾਡੇ ਤੇ ਨਿਗਾਹ ਰੱਖੀ ਬੈਠਾ ਹੈ। ਉਹਨਾਂ ਨਜ਼ਰ ਨਾ ਆਵੇ, ਪਰ ਜੀਵਾਂ ਵਾਸਤੇ ਉਹ ਅਦ੍ਰਿਸ਼ਟ ਹੈ। ਕਈ ਤੇ ਮੰਨਦੇ ਹੀ ਨਹੀਂ, ਕਹਿੰਦੇ ਹੈ ਹੀ ਨਹੀਂ ਅਕਾਲ ਪੁਰਖ। ਕਿਹੜਾ ਅਕਾਲ ਪੁਰਖ? ਵੀ ਸਾਰੀ ਕੁਦਰਤ ਹੈ, ਸਿਸਟਮ ਚੱਲ ਰਿਹਾ ਇੱਕ, ਰੱਬ ਤੇ ਹੈ ਹੀ ਨਹੀਂ, ਕਿਉਂਕਿ ਉਹ ਅਦ੍ਰਿਸ਼ਟ ਹੈ। ਪਰ ਉਹ ਪਲ ਪਲ ਵੇਖੈ। 2 ਲਾਵਾਂ ਆ ਗਈਆਂ। ਉਹ ਪਲ ਪਲ ਸਾਡੀ ਕਾਰਗੁਜ਼ਾਰੀ ਵੇਖ ਰਿਹਾ, ਉਹ ਨਿਗਾਹ ਰੱਖੀ ਬੈਠਾ ਹੈ। ਐਸਾ ਸੁਪਰਿੰਟੈਂਡੈਂਟ ਹੈ ਉਹ। ਪਰ ਸਾਡੇ ਵਾਸਤੇ, ਜੀਵਾਂ ਵਾਸਤੇ ਉਹ ਅਦ੍ਰਿਸ਼ਟ ਹੈ। ਇਹ ਹੀ ਉਸ ਦਾ ਕੌਤਕ ਹੈ। ਬਹੁਤਾ ਇਹ ਵਿਡਾਣ, ਬਸ ਇਹੀ ਉਸ ਦਾ ਸਭ ਤੋਂ ਵੱਡਾ ਕੌਤਕ ਹੈ।
ਵਾਹਿਗੁਰੂ 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 ਵਾਹਿਗੁਰੂ। ਆਦੇਸ਼ ਤਿਸੈ ਆਦੇਸ਼, ਉਸੇ ਨੂੰ ਨਮਨ ਹੈ, ਉਸੇ ਦੀ ਇਬਾਦਤ ਹੈ। ਨਾ ਜਿਹਦੇ ਸ਼ੁਰੂ ਦਾ ਪਤਾ, ਨਾ ਜਿਹਦੀ ਕੋਈ ਗਿਣਤੀ ਮਿਣਤੀ ਹੈ, ਨਾ ਜਿਸ ਨੂੰ ਖਤਮ ਕੀਤਾ ਜਾ ਸਕਦਾ ਹੈ। ਜੁਗਾਂ ਜੁਗਾਂਤਰਾਂ ਤੋਂ ਉਸੇ ਇੱਕ ਦਾ ਹੀ ਡਿਸਿਪਲਿਨ ਚੱਲਿਆ ਆ ਰਿਹਾ ਹੈ। ਪਦਾ ਨੰਬਰ 30, ਅੱਗੇ ਚਲੀਏ। ਆਸਣ ਲੋਏ ਲੋਏ ਭੰਡਾਰ, ਆਸਣ ਲੋਏ ਲੋਏ ਭੰਡਾਰ। ਰੱਬ ਦਾ ਟਿਕਾਣਾ, ਆਸਣ ਟਿਕਾਣਾ, ਹੈਡਕੁਆਟਰ। ਰੱਬ ਦਾ ਜਿਹੜਾ ਟਿਕਾਣਾ ਹੈ ਉਹ ਸਰਬ ਵਿਆਪੀ ਹੈ, ਹਰ ਥਾਂ ਤੇ ਮੌਜੂਦ ਹੈ। ਜੋ ਕਿਛ ਪਾਇਆ ਸੋ ਏਕਾ ਵਾਰ, ਉਸ ਦਾ ਟਿਕਾਣਾ ਸਰਬ ਵਿਆਪੀ ਹੈ। ਤਿੰਨਾਂ ਭਵਨਾਂ ਵਿੱਚ, ਲੋਆਂ ਵਿੱਚ ਉਹ ਸਮਾਈ ਬੈਠਾ ਹੈ। ਉਸ ਦੀ ਹੋਂਦ ਦੇ ਨਾਲ ਤ੍ਰੈ ਭਵਨ, ਲੋਆਂ ਪੁਰੀਆਂ ਭਰੀਆਂ ਪਈਆਂ ਨੇ। ਜੋ ਕਿਛ ਪਾਇਆ ਸੋ ਏਕਾ ਵਾਰ, ਦੁਨੀਆ ਦੀ ਸਿਰਜਣਾ ਇਨ ਵਨ ਸ਼ਾਟ, ਇੱਕੋ ਵਾਰ ਚ ਹੋ ਗਈ ਉਹਦੇ ਹੁਕਮ ਦੇ ਅਨੁਸਾਰ। ਪਾਇਆ ਸਿਰਜਣਾ, ਜੋ ਕੁਛ ਕੀਤਾ ਇੱਕੋ ਵਾਰ ਦੇ ਵਿੱਚ ਉਹਨੇ ਕਰ ਦਿੱਤਾ। ਕੀਤਾ ਪਸਾਓ ਇੱਕੋ ਕਵਾਓ। ਇੱਕ ਵਾਰੀ ਆਵਾਜ਼ਾ ਦਿੱਤਾ ਤੇ ਸਭ ਕੁਛ ਬਣ ਗਿਆ। ਆਸਣ ਲੋਏ ਲੋਏ ਭੰਡਾਰ, ਰੱਬ ਦਾ ਟਿਕਾਣਾ ਸਰਬ ਵਿਆਪੀ ਹੈ। ਤਿੰਨਾਂ ਭਵਨਾਂ ਵਿੱਚ, ਲੋਆਂ ਪੁਰੀਆਂ ਵਿੱਚ ਰੱਬ ਦੀ ਹੋਂਦ ਹੈ। ਦੁਨੀਆ ਦੀ ਸਿਰਜਣਾ ਵੀ ਉਹਨੇ ਇੱਕੋ ਵਾਰ ਚ ਹੀ ਕਰ ਦਿੱਤੀ ਹੈ। ਕਰ ਕਰ ਵੇਖਿਆ ਸਿਰਜਣਹਾਰ, ਉਹ ਸਿਰਜਣਾ ਹੀ ਨਹੀਂ ਕਰ ਦਿੱਤੀ, ਫਿਰ ਉਹ ਉਹਦੀ ਮੁਕੰਮਲ ਦੇਖਭਾਲ ਵੀ ਕਰ ਰਿਹਾ। ਕਰ ਕਰ ਵੇਖਿਆ, ਕਰਤਾ ਪੁਰਖ ਮੁਕੰਮਲ ਦੇਖਭਾਲ ਕਰ ਰਿਹਾ ਹੈ ਆਪਣੇ ਪ੍ਰੋਜੈਕਟ ਦੀ, ਆਪਣੀ ਸਿਰਜਣਾ ਦੀ। ਉਸ ਕਰਤੇ ਪੁਰਖ ਨੂੰ ਪਤਾ ਵੀ ਇਹ ਮੇਰੇ ਪ੍ਰੋਜੈਕਟ ਦੀ ਕੀ ਰਿਕੁਆਇਰਮੈਂਟ ਹੈ ਤੇ ਕੀ ਹੁਣ ਮੈਂ ਇੱਥੇ ਨਵੀਂ ਚੀਜ਼ ਗਾਂਹ ਦੇਣੀ ਹੈ। ਨਾਨਕ ਸੱਚੇ ਕੀ ਸਾਚੀ ਕਾਰ, ਉਸ ਨਾਨਕ ਜੋਤ ਆਖਦੀ ਹੈ ਸਤ ਪ੍ਰਭੂ ਦੀ ਇਹ ਸਦੀਵੀ ਜਿਹੜਾ ਕਰਮ ਹੈ, ਇਹ ਬਿਨਾਂ ਕਪਟ ਦੇ, ਬਿਨਾਂ ਤਮਾਂ ਦੇ ਚੱਲ ਰਿਹਾ ਹੈ। ਨਾਨਕ ਸੱਚੇ ਕੀ ਸਾਚੀ ਕਾਰ, ਉਸ ਸੱਚੇ ਕਰਤੇ ਪੁਰਖ ਦੀ ਇਹ ਬਿਲਕੁਲ ਪਿਓਰ ਜਿਹੜਾ ਸਿਸਟਮ ਚੱਲ ਰਿਹਾ ਹੈ, ਬਿਲਕੁਲ ਪਿਓਰ, ਜਿੱਥੇ ਕੋਈ ਕਪਟ ਨਹੀਂ ਹੈ, ਕੋਈ ਤਮਾ ਨਹੀਂ ਹੈ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਜਿਸ ਤਰ੍ਹਾਂ ਉਸ ਸਤ ਪ੍ਰਭੂ ਦੀ ਇਹ ਜਿਹੜੀ ਸਦੀਵੀ ਕਾਰ ਹੈ, ਬਿਨਾਂ ਕਪਟ ਦੇ, ਬਿਨਾਂ ਤਮਾਂ ਦੇ ਚੱਲ ਰਹੀ ਹੈ, ਇਸ ਤਰ੍ਹਾਂ ਹੀ ਅਸੀਂ ਨਾਮ ਜਪਣਾ ਹੈ ਉਸ ਕਰਤੇ ਪੁਰਖ ਦਾ, ਬਿਨਾਂ ਕਪਟ ਦੇ, ਬਿਨਾਂ ਤਮਾਂ ਦੇ। ਨਾ ਕੋਈ ਇੱਛਾ ਰੱਖਣੀ ਹੈ, ਨਾ ਕੋਈ ਲੋਕਾਂ ਨੂੰ ਦਿਖਾ ਕੇ ਨਾਮ ਜਪਣਾ। ਆਪਣੀ ਧਾਰਮਿਕ ਦਿੱਖ ਨਹੀਂ ਬਣਾਉਣੀ ਕਿ ਵੀ ਬੜਾ ਧਾਰਮਿਕ ਬੰਦਾ, ਵੀ ਉਹ ਬੜਾ ਹੀ ਕਿੱਦਾਂ ਕਰ ਦਿੰਦੇ ਆ, ਕੋਈ ਬਣਾ ਲੈਂਦੇ ਆ ਰੂਪ ਆਪਣਾ ਉਦੋਂ ਦਾ। ਨਾਰਮਲ ਰੂਟੀਨ ਦੇ ਵਿੱਚ ਵਿਚਰਨਾ,
जिस तरह सारी दुनिया रहिंदी उस तरह रहना है, उसे तरह विचरना है, उसे सिस्टम दे विच रहना है, बिना कपट दे, बिना तमा दे। दुनिया ते हुण opposite चलदी है ना, पर ਅਸੀਂ ਐਸ ਭਾਣੇ ਦੇ ਵਿੱਚ ਆਉਣਾ, ਐਸ ਰਜ਼ਾ ਦੇ ਵਿੱਚ ਆਉਣਾ, ਰਹਿਣਾ ਦੁਨੀਆ ਦੇ ਵਿੱਚ ਹੀ ਹੈ, ਆਪਣੇ ਆਪ ਨੂੰ ਵੱਖ ਨਹੀਂ ਕਰਨਾ ਉੱਥੋਂ। ਆਦੇਸ਼ ਤਿਸੈ ਆਦੇਸ਼, ਉਸ ਇੱਕ ਕਰਤੇ ਪੁਰਖ ਨੂੰ ਨਮਨ ਹੈ, ਉਸ ਇੱਕ ਕਰਤੇ ਪੁਰਖ ਦੀ ਇਬਾਦਤ ਕਰਨੀ ਹੈ, ਨਾ ਜਿਹਦੇ ਸ਼ੁਰੂਆਤ ਦਾ ਪਤਾ, ਨਾ ਜਿਹਦੀ ਕੋਈ ਗਿਣਤੀ ਮਿਣਤੀ ਹੈ, ਜਿਹਨੂੰ ਖਤਮ ਵੀ ਨਹੀਂ ਕੀਤਾ ਜਾ ਸਕਦਾ, ਔਰ ਜੁਗਾਂ ਜੁਗਾਂਤਰਾਂ ਤੋਂ ਜਿਹਦਾ ਇੱਕੋ ਸਿਸਟਮ ਚੱਲਿਆ ਆ ਰਿਹਾ ਹੈ। ਆਦੇਸ਼ ਤਿਸੈ ਆਦੇਸ਼, ਇਹ ਆਦੇਸ਼ ਵੀ ਉਸੇ ਕਰਤੇ ਪੁਰਖ ਦੀ ਸ਼ਬਦ ਦੀ ਕਮਾਈ ਦਾ ਸਿੰਬਲ ਹੈ। ਨਮਸਕਾਰ ਕਿਹਨੂੰ ਕਰਾਂਗੇ? ਜੇ ਕੋਈ ਦਿਖੂਗਾ ਤੇ ਕਰਾਂਗੇ, ਜੇ ਦਿਖਦਾ ਹੀ ਨਹੀਂ ਤੇ ਉਹਨੂੰ ਅਸੀਂ ਉਸੇ ਤਰ੍ਹਾਂ ਦੀ ਉਹਦੀ ਇਬਾਦਤ ਰੱਖਣੀ ਹੈ। ਸ਼ਬਦ ਰੂਪੀ ਨਮਸਕਾਰ, ਸ਼ਬਦ ਰੂਪੀ ਇਬਾਦਤ, ਕੇਵਲ ਇੱਕ ਕਰਤੇ ਪੁਰਖ ਦੀ ਇਬਾਦਤ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਿਹੜੇ ਕਰਤੇ ਪੁਰਖ ਦੀ? ਜਿਹੜਾ ਆਦ ਤੋਂ ਹੈ, ਜੋ ਜਿਸ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਉਹਦਾ ਪਸਾਰਾ ਇੰਨਾ ਵੱਡਾ ਹੈ, ਅਨੀਲ। ਜੋ ਅਣਗਿਣਤ ਹੈ, ਅਨਾਦ, ਜੋ ਆਦ ਰਹਿਤ ਹੈ, ਜਿਹਦੇ ਆਦ ਦਾ ਹੀ ਪਤਾ ਨਹੀਂ ਹੈ ਕੋਈ, ਅਨਾਹਤ, ਜਿਹਨੂੰ ਨਾਸ ਹੀ ਨਹੀਂ ਕੀਤਾ ਜਾ ਸਕਦਾ, ਤੇ ਉਹ ਨਿਰੰਤਰ ਚੱਲ ਰਿਹਾ ਹੋਵੇ, ਅਬਨਾਸੀ ਹੋਵੇ, ਐਸੇ ਕਰਤੇ ਪੁਰਖ ਦੀ ਬਾਬਾ ਨਾਨਕ ਨੇ ਭਗਤੀ ਕਰਨ ਦਾ ਉਪਦੇਸ਼ ਸਾਨੂੰ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।